ਸਤਨਾਮ ਸ੍ਰੀ ਵਾਹਿਗੁਰੂ ਜੀ। ਤੂੰ ਬੇਅੰਤ ਕੋ ਵਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਪਛਾਣੈ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਤੀਜਾ। ਕਿਸ ਹਉ ਸੇਵੀ ਕਿਆ ਜਪ ਕਰੀ, ਸਤਿਗੁਰ ਪੂਛਾਉ ਜਾਇ। ਸਤਿਗੁਰ ਕਾ ਭਾਣਾ ਮਨ ਲਈ, ਵਿਚਹੁ ਆਪ ਗਵਾਏ। ਕਿਸ ਹਉ ਸੇਵੀ ਕਿਆ ਜਪ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਦੀ ਲੜੀਵਾਰ ਵਿਚਾਰ ਜੋ ਚੱਲ ਰਹੀ ਹੈ, ਹਜ਼ੂਰ ਦੀ ਕਿਰਪਾ ਨਾਲ ਸ੍ਰੀ ਰਾਗ ਦੇ ਅੰਦਰ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ 33 ਸ਼ਬਦ ਹਨ, ਔਰ ਉਸ ਤੋਂ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ 20 ਸ਼ਬਦਾਂ ਦੀ ਵਿਚਾਰ ਹੋ ਚੁੱਕੀ ਹੈ। ਉਸ ਤੋਂ ਅੱਗੇ ਜੋ ਸਤਿਗੁਰੂ ਜੀ ਬਚਨ ਫਰਮਾ ਰਹੇ ਹਨ, ਵਿਚਾਰੀਏ ਔਰ ਸੁਣੀਏ। ਸ੍ਰੀ ਰਾਗ ਮਹੱਲਾ ਤੀਜਾ, ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਫਰਮਾਉਂਦੇ ਹਨ। ਕਿਸ ਹਉ ਸੇਵੀ ਕਿਆ ਜਪ ਕਰੀ, ਸਤਿਗੁਰ ਪੂਛਾਉ ਜਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਆਪਣੇ ਸਤਿਗੁਰੂ ਜੀ ਨੂੰ ਜਾ ਕੇ ਪੁੱਛਦਾ ਹਾਂ ਕਿ ਮਹਾਰਾਜ ਮੈਂ ਕਿਸ ਦੀ ਸੇਵਾ ਕਰਾਂ, ਕਿਸ ਨੂੰ ਸੇਵਾ, ਕਿਸ ਦੀ ਭਗਤੀ ਕਰਾਂ, ਔਰ ਕਿਆ ਜਪ ਕਰੀ, ਕਿਹੜਾ ਜਪ ਹੈ, ਕਿਸ ਮੰਤਰ ਦਾ ਜਾਪ ਮੈਂ ਕਰਾਂ ਜਿਸ ਕਰਕੇ ਮੇਰੀ ਕਲਿਆਣ ਹੋਵੇ। ਤਾਂ ਫਿਰ ਅੱਗੋਂ ਸਤਿਗੁਰੂ ਜੀ ਕੀ ਜਵਾਬ ਦਿੰਦੇ ਨੇ ਕਿ ਸਤਿਗੁਰੂ ਕਾ ਭਾਣਾ ਮਨ ਲਈ, ਵਿਚਹੁ ਆਪ ਗਵਾਏ। ਸਤਿਗੁਰੂ ਤੋਂ ਇਹ ਸਿੱਖਿਆ ਮਿਲੀ ਹੈ ਕਿ ਸਤਿਗੁਰੂ ਜੀ ਦਾ ਭਾਣਾ ਜੋ ਹੁਕਮ ਹੈ, ਸਤਿਗੁਰੂ ਦੀ ਜੋ ਰਜ਼ਾ ਹੈ, ਸਤਿਗੁਰੂ ਜੀ ਨੂੰ ਜੋ ਭਾਉਂਦਾ ਚੰਗਾ ਲੱਗਦਾ ਹੈ, ਉਹ ਮੰਨ ਲੈਣਾ ਚਾਹੀਦਾ। ਆਪਣੇ ਮਨ ਦੀ ਮਰਜ਼ੀ ਨਹੀਂ ਕਰਨੀ ਚਾਹੀਦੀ। ਜੋ ਸਤਿਗੁਰੂ ਜੀ ਫਰਮਾਨ ਕਰਦੇ ਹਨ, ਜੋ ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ, ਉਸ ਉਪਦੇਸ਼ ਨੂੰ ਹੀ ਦ੍ਰਿੜ ਨਿਸ਼ਚਾ ਕਰਕੇ ਮਨ ਵਿੱਚ ਮੰਨ ਲੈਣਾ ਚਾਹੀਦਾ, ਔਰ ਆਪਣੇ ਹਿਰਦੇ ਦੇ ਅੰਦਰੋਂ ਆਪਾ ਭਾਵ ਅਹੰਕਾਰ ਆ ਜਿਹੜਾ ਉਹ ਗਵਾ ਲੈਣਾ ਚਾਹੀਦਾ। ਆਪਾ ਭਾਵ ਗਵਾ ਕੇ ਹੁਕਮ ਨੂੰ ਮੰਨ ਲਿਆ ਜਾਏ ਤਾਂ ਇਹ ਸੇਵਾ ਚਾਕਰੀ ਨਾਮ ਵਸੈ ਮਨ ਆਏ। ਕਿਉਂਕਿ ਸਤਿਗੁਰੂ ਦਾ ਹੁਕਮ ਮੰਨਣ ਦੇ ਬਰਾਬਰ ਹੋਰ ਕੋਈ ਸੇਵਾ ਨਹੀਂ ਹੈ, ਔਰ ਸਭ ਤੋਂ ਵੱਡੀ ਪ੍ਰਸੰਨਤਾ ਇਸੇ ਗੱਲ ਵਿੱਚ ਹੈ। ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਜਿਨ ਸਤਿਗੁਰੂ ਕਾ ਭਾਣਾ ਮੰਨਿਆ, ਤਿਨ ਚੜੀ ਚਵੱਗਣ ਬੰਨੇ। ਇਸ ਪ੍ਰਕਾਰ ਚੌਗੁਣਾ ਵਨ ਰੰਗ ਚੜ੍ਹਦਾ ਹੈ ਜੇ ਸਤਿਗੁਰੂ ਮਹਾਰਾਜ ਦੇ ਹੁਕਮ ਅੱਗੇ ਸਿਰ ਝੁਕਾਇਆ ਜਾਏ, ਕੋਈ ਉਜਰ ਨਾ ਕੀਤਾ ਜਾਏ, ਕਿਸੇ ਤਰ੍ਹਾਂ ਦੀ ਤਰਕ ਨਾ ਕੀਤੀ ਜਾਏ। ਇਹ ਸੇਵਾ ਚਾਕਰੀ, ਇਹੋ ਹੀ ਸੇਵਾ ਤੇ ਇਹੋ ਹੀ ਚਾਕਰੀ ਸਭ ਤੋਂ ਉੱਤਮ ਹੈ। ਨਾਮ ਵਸੈ ਮਨ ਆਏ। ਭਾਣੇ ਨੂੰ ਮੰਨ ਲੈਣਾ, ਸਤਿਗੁਰੂ ਦੇ ਹੁਕਮ ਅੱਗੇ ਸਿਰ ਨਿਵਾਉਣਾ, ਤਾਂ ਇਸ ਤਰ੍ਹਾਂ ਹੀ ਅੰਦਰੋਂ ਹੰਕਾਰ ਜੇ ਤਿਆਗਿਆ ਜਾਏ ਤਾਂ ਵਾਹਿਗੁਰੂ ਜੀ ਦਾ ਨਾਮ ਮਨ ਵਿੱਚ ਆ ਕੇ ਵਸ ਜਾਂਦਾ ਹੈ। ਫਿਰ ਕੀ ਫਲ ਮਿਲਦਾ ਜੀ? ਤਾਂ ਹਜ਼ੂਰ ਕਹਿੰਦੇ ਨੇ, ਨਾਮੈ ਹੀ ਤੇ ਸੁਖ ਪਾਈਐ, ਸੱਚੈ ਸ਼ਬਦ ਸੁਹਾਏ। ਵਾਹਿਗੁਰੂ ਜੀ ਦੇ ਨਾਮ ਦੁਆਰਾ ਹੀ ਅੰਦਰਲਾ ਸੁਖ ਪ੍ਰਾਪਤ ਹੁੰਦਾ, ਅੰਦਰਲਾ ਸਕੂਨ, ਸ਼ਾਂਤੀ, ਟਿਕਾ, ਆਨੰਦ। ਇਹ ਆਤਮਿਕ ਸੁਖ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਿਆ ਹੋਇਆ ਹੀ ਪ੍ਰਾਪਤ ਕਰੀਦਾ, ਔਰ ਗੁਰਾਂ ਦੇ ਮੁਖ ਤੋਂ ਉਚਰਿਆ ਹੋਇਆ ਪਰਮੇਸ਼ਰ ਦੇ ਨਾਮ ਸੰਬੰਧੀ ਵਡਿਆਈਆਂ ਵਾਲਾ ਸ਼ਬਦ ਸਿਫਤੋ ਸਿਫਾਤ ਹੈ ਜਿਸ ਵਿੱਚ ਵਾਹਿਗੁਰੂ ਜੀ ਦੀ। ਐਸੇ ਸਤਿਗੁਰੂ ਦੇ ਉਪਦੇਸ਼ਮਈ ਬਚਨਾਂ ਦੁਆਰਾ ਸੁਹਾਏ ਸ਼ੋਭਨੀਕ ਬਣ ਜਾਈਦਾ। ਜਿਹੜਾ ਵਾਹਿਗੁਰੂ ਦੇ ਨਾਮ ਨਾਲ, ਗੁਰੂ ਦੇ ਸ਼ਬਦ ਨਾਲ ਜੁੜਦਾ, ਉਹ ਆਪ ਵੀ ਸੋਭਾ ਵਾਲਾ ਬਣ ਜਾਂਦਾ, ਸੋਭਾ ਵਾਲਾ। ਮਨ ਮੇਰੇ ਅਨ ਦਿਨ ਜਾਗ ਹਰ ਚੇਤ। ਹੇ ਮੇਰੇ ਮਨਾ, ਰਾਤ ਦਿਨ ਜਾਗ ਵਿੱਚ ਰਹੋ, ਸੁਚੇਤ ਹੋ ਕੇ ਰਹੋ, ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹੋ।
ਜੋ ਅਵਿਦਿਆ ਦੀ ਨੀਂਦ ਹੈ, ਵਿਕਾਰਾਂ ਦੀ ਨੀਂਦ ਹੈ, ਗਫਲਤ ਦੀ ਨੀਂਦ ਹੈ, ਉਹਦੇ ਵਿੱਚ ਸੌਂ ਨਾ। ਕਿਉਂਕਿ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ, ਸੋਇਆ ਮਨ ਜਾਗਾਈ। ਆਸਾ ਵਿੱਚ ਸੁੱਤੇ ਕਈ ਲੋਈ, ਸੋ ਜਾਗੈ ਜਗਾਵੈ ਸੋਈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਹੇ ਮੇਰੇ ਮਨਾ, ਰਾਤ ਤੇ ਦਿਨ ਤੂੰ ਜਾਗ, ਤੈਨੂੰ ਜਾਗ ਆਉਣੀ ਚਾਹੀਦੀ ਹੈ, ਸੌਂ ਨਾ ਜਾ। ਗਾਫਲਤਾਈ ਪਰਮੇਸ਼ਰ ਦੇ ਵਿਸਾਰੇ ਵਿੱਚ ਜਿਹੜਾ ਰਹਿਣਾ ਹੈ, ਸੌਣਾ ਹੈ। ਹਰ ਚੇਤ ਜਾਗ, ਸੁਚੇਤ ਹੋ ਕੇ ਮਾਇਆ ਦੇ ਹੱਲਿਆਂ ਤੋਂ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰ, ਵਾਹਿਗੁਰੂ ਜੀ ਨੂੰ। ਕਿਉਂਕਿ ਮਾਇਆ ਹੀ ਪ੍ਰਮਾਤਮਾ ਵੱਲ ਨਹੀਂ ਨਾ ਲੱਗਣ ਦਿੰਦੀ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜਿਆ ਭਾਉ ਦੂਜਾ ਲਾਇਆ। ਇਸੇ ਚੀਜ਼ ਦਾ ਨਾਮ ਮਾਇਆ ਹੈ, ਜਿਸ ਚੀਜ਼ ਨਾਲ ਜੁੜ ਕੇ ਵਾਹਿਗੁਰੂ ਵਿਸਰ ਜਾਂਦਾ ਹੈ। ਤੇ ਇਸ ਤਰ੍ਹਾਂ ਮਨੁੱਖ ਮਾਇਆ ਦੇ ਨਾਲ ਪ੍ਰੇਮ ਕਰਦਾ ਹੋਇਆ ਜੋ ਜੀਵਨ ਬਤੀਤ ਕਰਦਾ, ਉਹ ਸੁੱਤਾ ਹੋਇਆ ਹੈ। ਤਾਂ ਹਜ਼ੂਰ ਕਹਿੰਦੇ ਨੇ, ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਹੋ ਜਾ ਤੇ ਵਾਹਿਗੁਰੂ ਨੂੰ ਚੇਤੇ ਕਰ। ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ ਜ਼ਮੀਨ ਤੇ ਖੇਤੀ ਜਿਹੜੀ ਫਸਲ ਵਿੱਚ ਬੀਜੀ ਜਾਂਦੀ ਹੈ। ਆਪਣੀ ਸ਼ੁਭ ਗੁਣਾਂ ਦੀ ਖੇਤੀ ਨੂੰ ਰੱਖ ਲੈ, ਬਚਾ ਲੈ। ਜਿਹੜੀ ਕੂੰਜ ਹੈ ਉਹ ਪੈ ਜਾਵੇਗੀ ਤੇਰੇ ਖੇਤਾਂ 'ਚ। ਸੋ ਇਸ ਪ੍ਰਕਾਰ ਕੁਲੰਗ ਆ ਬੈਠਣਗੇ ਖੇਤੀ 'ਚ, ਤੇਰੀ ਖੇਤੀ ਲੁੱਟ ਕੇ ਲੈ ਜਾਣਗੇ। ਸੋ ਇਸ ਪ੍ਰਕਾਰ ਜਿਹੜੀ ਅਵਿਦਿਆ ਹੈ, ਅਗਿਆਨਤਾ ਹੈ, ਇਹ ਕੂੰਜ ਦਾ ਪੈਣਾ ਹੈ। ਜੋ ਮਾਇਆ ਦਾ ਪ੍ਰਭਾਵ ਹੈ, ਵਿਕਾਰ ਆਦਿਕ ਹਨ, ਇਹ ਮੰਨੋ ਕਿ ਖੇਤ ਨੂੰ ਖਾ ਜਾਣ ਵਾਲੇ ਜਾਨਵਰ ਨੇ। ਸੋ ਇਸ ਤਰ੍ਹਾਂ ਇਹ ਕੂੰਜ ਪੈ ਜਾਏਗੀ, ਤੇਰੀ ਖੇਤੀ ਨੂੰ ਲੁੱਟ ਕੇ ਲੈ ਜਾਵੇਗੀ, ਸਾਰਾ ਕੁਝ ਚੁਣ ਕੇ ਲੈ ਜਾਏਗੀ ਦਾਣੇ। ਆਪਣੀ ਖੇਤੀ ਨੂੰ ਰੱਖ ਲੈ, ਬਚਾ ਲੈ, ਸ਼ੁਭ ਗੁਣਾਂ ਦੀ ਖੇਤੀ ਸਾਂਭ ਲੈ। ਰਹਾਓ, ਮਨ ਕੀਆਂ ਇੱਛਾ ਪੂਰੀਆਂ, ਸ਼ਬਦ ਰਹਿਆ ਭਰਪੂਰ। ਜੋ ਵਾਹਿਗੁਰੂ ਸ਼ਬਦ ਦੁਆਰਾ ਭਰਪੂਰ ਹੋ ਰਿਹਾ ਜਾਣਿਆ ਜਾਂਦਾ ਹੈ। ਸ਼ਬਦ ਵਿੱਚ ਹੀ ਪਰਮਾਤਮਾ ਭਰਪੂਰ ਹੈ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਕਿਉਂਕਿ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਵਾਹਿਗੁਰੂ, ਸਤਿਗੁਰੂ, ਬਾਣੀ, ਨਾਮ ਇਹ ਇੱਕ ਰੂਪ ਹੀ ਹਨ, ਤਦਾਕਾਰ ਹਨ। ਸੋ ਇਸ ਪ੍ਰਕਾਰ ਗੁਰੂ ਕੇ ਸ਼ਬਦ ਦੁਆਰਾ ਹੀ ਇਹ ਗਿਆਨ ਹੁੰਦਾ ਹੈ ਕਿ ਪਰਮਾਤਮਾ ਭਰਪੂਰ ਹੋ ਰਿਹਾ ਸਾਰੀ ਕੁਦਰਤ ਅੰਦਰ। ਤੇ ਜਿਹੜਾ ਗੁਰੂ ਕੇ ਸ਼ਬਦ ਨਾਲ ਜੁੜ ਜਾਂਦਾ ਹੈ, ਮਨ ਕੀਆਂ ਇੱਛਾ ਪੂਰੀਆਂ। ਇਹ ਵੀ ਅਰਥ ਕੀਤਾ ਵਿਦਵਾਨਾਂ ਨੇ ਕਿ ਗੁਰੂ ਕੇ ਸ਼ਬਦ ਦੁਆਰਾ ਜਿਹੜਾ ਨਾਮ ਨਾਲ ਹਿਰਦਾ ਭਰਪੂਰ ਹੋਇਆ ਉਸ ਦੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ, ਕੋਈ ਇੱਛਾ ਅਧੂਰੀ ਨਹੀਂ ਰਹੀ। ਭੈ ਭਾਏ ਭਗਤ ਕਰਹਿ ਦਿਨ ਰਾਤੀ, ਹਰ ਜੀਉ ਵੇਖੈ ਸਦਾ ਹਜ਼ੂਰ। ਉਹ ਭੈ ਤੇ ਭਾਵਨੀ ਵਿੱਚ ਦਿਨੇ ਰਾਤ ਗੁਰਮੁਖ ਪਿਆਰੇ ਭਗਤੀ ਕਰਦੇ ਨੇ। ਸੋ ਇਸ ਪ੍ਰਕਾਰ ਭੈ ਵਾਹਿਗੁਰੂ ਦਾ, ਇੱਕ ਤਾਂ ਸੰਸਾਰੀ ਭੈ ਹਨ ਕਈ ਤਰ੍ਹਾਂ ਦੇ, ਤੇ ਇੱਕ ਪ੍ਰਮਾਤਮਾ ਦਾ ਭੈ ਹੈ। ਇੱਕ ਹੈ ਉਜਲ ਭਉ ਤੇ ਇੱਕ ਹੈ ਸੰਸਾਰੀ ਭਉ, ਡਰ। ਤੋ ਹਜ਼ੂਰ ਕਹਿ ਰਹੇ ਨੇ ਕਿ ਵਾਹਿਗੁਰੂ ਦੇ ਭੈ ਅੰਦਰ ਰਹਿਣਾ। ਦੋ ਸ਼ਬਦ ਬਾਣੀ 'ਚ ਆਏ ਨੇ, ਭਉ ਤੇ ਭਾਉ। ਇੱਥੇ ਭੈ ਤੇ ਭਾਏ। ਸੋ ਇਸ ਪ੍ਰਕਾਰ ਇੱਕੋ ਹੀ ਅਰਥ ਹੈ। ਭਉ ਭਾਉ ਦੋਏ ਪਤ ਲਾਏ ਜੋਗੀ, ਇਹੋ ਸਰੀਰ ਕਰ ਡੰਡੀ। ਗੁਰਮੁਖ ਹੋਵਹਿ ਤਾਂ ਤੰਤੀ ਵਾਜੈ, ਨਿਵਿਦ ਤ੍ਰਿਸ਼ਨਾ ਖੰਡੀ। ਭਉ ਤੇ ਭਾਉ, ਭਉ ਡਰ ਤੇ ਭਾਉ ਭਾਵਨਾ, ਸ਼ਰਧਾ, ਪ੍ਰੇਮ ਵਾਹਿਗੁਰੂ ਦੇ ਚਰਨਾਂ ਨਾਲ। ਇਸ ਤਰ੍ਹਾਂ ਜਿਹੜੇ ਭੈ ਤੇ ਭਾਵਨੀ ਵਿੱਚ ਰਹਿ ਕੇ ਵਾਹਿਗੁਰੂ ਜੀ ਦੀ ਦਿਨੇ ਰਾਤ ਭਗਤੀ ਕਰਦੇ ਨੇ। ਇੱਕ ਤਾਂ ਹੈ ਆਰਤ ਭਗਤ, ਦੁਖੀ ਹੋਇਆਂ ਦੁੱਖ ਦੀ ਨਿਵਰਤੀ ਵਾਸਤੇ ਪਰਮਾਤਮਾ ਦਾ ਨਾਮ ਜਪਣ ਲੱਗ ਪੈਣਾ, ਧਰਮ ਦੇ ਰਾਹ ਤੇ ਚੱਲ ਪੈਣਾ। ਇੱਕ ਹੁੰਦੇ ਨੇ ਅਰਥਾਰਥੀ ਭਗਤ, ਪਦਾਰਥਾਂ ਦੀ ਥੋੜ ਹੋਣ ਕਰਕੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਧਰਮ ਦੇ ਰਾਹ ਤੇ ਚੱਲਣਾ। ਔਰ ਇੱਕ ਇਸੇ ਪ੍ਰਕਾਰ ਗਿਆਨੀ ਭਗਤ ਹੁੰਦੇ ਨੇ, ਵਿਦਿਆ ਆਦਿਕ ਪੜ੍ਹੀ ਹੈ, ਗਿਆਨ ਹੋਇਆ ਇਹ ਸੰਸਾਰ ਮਿਥਿਆ ਹੈ, ਨਾਸਵੰਤ ਹੈ, ਤੇ ਇੰਜ ਵਾਹਿਗੁਰੂ ਦੀ ਭਗਤੀ 'ਚ ਲੱਗ ਜਾਂਦੇ ਨੇ। ਇੱਕ ਅਨੰਨ ਭਗਤ ਹੁੰਦਾ ਨੇ। ਔਰ ਇਸ ਪ੍ਰਕਾਰ ਅਨੰਨ ਭਗਤੀ ਭਾਵੇਂ ਬੰਦ ਕੱਟਿਆ ਜਾਏ, ਖੋਪਰੇ ਲੱਥ ਜਾਣ, ਪਰ ਆਪਣੇ ਮਾਰਗ ਨੂੰ ਨਾ ਤਿਆਗਣਾ। ਵਾਹਿਗੁਰੂ ਦੇ ਸਤਿਗੁਰੂ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਸਭ ਕੁਝ ਕੁਰਬਾਨ ਕਰ ਦੇਣ ਤੱਕ ਚਲੇ ਜਾਣਾ। ਇਸ ਪ੍ਰਕਾਰ ਇਹ ਭਗਤੀ ਨਵਦਾ ਭਗਤੀ ਮੰਨੀ 9 ਪ੍ਰਕਾਰ ਦੀ। ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ, ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਨ। ਸਰਵਣ ਕਰਨਾ ਵਾਹਿਗੁਰੂ ਜੀ ਦੇ ਨਾਮ ਨੂੰ, ਜਸ ਨੂੰ ਸੁਣਨਾ, ਰਸਨਾ ਦੇ ਨਾਲ
ਵਾਹਿਗੁਰੂ ਦਾ ਨਾਮ ਉਚਾਰਨ ਕਰਨਾ, ਸਿਮਰਨ ਕੀਰਤਨ, ਜਸ ਗਾਉਣਾ ਤੇ ਜਸ ਸੁਣਨਾ, ਵਾਹਿਗੁਰੂ ਦਾ ਕੀਰਤਨ। ਪਾਦ ਸੇਵ, ਜਿਵੇਂ ਗੁਰਸਿੱਖਾਂ ਦੀ ਪੁਰਾਤਨ ਸਮਿਆਂ 'ਚ ਘਰ 'ਚ ਸੱਦ ਕੇ ਤੇ ਗਰਮ ਜਲ ਦੇ ਨਾਲ ਹੱਥ ਪੈਰ ਧੋਣੇ, ਚਰਨਾਂ ਦੀ ਸੇਵਾ ਕਰਨੀ, ਗੁਰਸਿੱਖਾਂ ਥੱਕਿਆਂ ਹੋਇਆਂ ਦੀ ਮੁੱਠੀ ਚਾਪੀ ਕਰਨੀ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪ ਮਾਤਾ ਗੰਗਾ ਜੀ ਨੂੰ ਨਾਲ ਲੈ ਕੇ ਗਏ ਸੀ ਪਿਪਲੀ ਸਾਹਿਬ ਅਸਥਾਨ, ਸੰਗਤਾਂ ਦੀ ਮੁੱਠੀ ਚਾਪੀ ਕੀਤੀ ਸੀ, ਪੱਖਾ ਝੱਲਿਆ, ਸੇਵਾ ਕੀਤੀ ਸੀ। ਔਰ ਇਸ ਪ੍ਰਕਾਰ ਅਰਚਾਨ ਆਪਣੇ ਇਸ਼ਟ ਦੇ ਅੱਗੇ ਸੁਗੰਧੀ ਆਦਿਕਾਂ ਦਾ ਛਿੜਕਾਅ ਕਰਨਾ, ਦਾਸਾ ਭਾਵ ਧਾਰ ਕੇ ਸੇਵਾ ਕਮਾਉਣੀ, ਸਖਪਨ ਜਿਹਦੇ ਨਾਲ ਮਿੱਤਰਤਾ ਕਰਨੀ, ਸਖਾ ਬਣ ਕੇ ਗੁਰਸਿੱਖਾਂ ਨਾਲ ਮਿੱਤਰ ਬਣ ਕੇ ਤੋੜ ਪ੍ਰੀਤ ਨਿਭਾਉਣੀ, ਬੰਦਨਾ ਆਪਣੇ ਇਸ਼ਟ ਨੂੰ ਨਮਸਕਾਰ ਕਰਨੀ ਤੇ ਸਰਬ ਨਿਵੇਦਨ ਜਾਣ, ਸਭ ਕੁਝ ਕੁਰਬਾਨ ਕਰਨ ਤੱਕ ਜਾਣਾ। ਔਰ ਇੱਕ ਸਤਿਗੁਰੂ ਜੀ ਨੇ ਦੱਸਿਆ ਹੈ ਕਿ ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਪ੍ਰੇਮ ਭਗਤ ਨਹੀਂ ਉਪਜਿਆ ਤਾਤੇ ਰਵਿਦਾਸ ਉਦਾਸ। ਜੇ ਪ੍ਰੇਮ ਅੰਦਰ ਪੈਦਾ ਹੋ ਗਿਆ ਤੇ ਮਾਨੋ ਨਵਦਾ ਭਗਤੀ, 9 ਪ੍ਰਕਾਰ ਦੀ ਭਗਤੀ ਕਰ ਲਈ ਸੀ। ਜੇ ਪ੍ਰੇਮ ਨਹੀਂ ਅੰਦਰ ਪੈਦਾ ਹੋਇਆ ਤੇ ਫਿਰ ਭਗਤੀ ਸਿਰੇ ਨਹੀਂ ਚੜ੍ਹਦੀ। ਇਸ ਕਰਕੇ ਪ੍ਰੇਮ ਬੜੀ ਵੱਡੀ ਚੀਜ਼ ਹੈ। ਭੈ ਵਿੱਚ ਰਹਿਣਾ, ਵਾਹਿਗੁਰੂ ਦੇ ਡਰ ਅੰਦਰ ਫਿਰ ਪ੍ਰੇਮ ਪੈਦਾ ਕਰਨਾ। ਸੋ ਇਸ ਤਰ੍ਹਾਂ ਜਿਹੜੇ ਦਿਨ ਰਾਤ ਐਸੇ ਭੈ ਭਾਵਨੀ 'ਚ ਰਹਿ ਕੇ ਭਗਤੀ ਕਰਦੇ ਹਨ, ਹਰ ਜੀਅ ਵੇਖਿਆ ਸਦਾ ਹਦੂਰ। ਐਸਾ ਗੁਰਮੁਖ ਜੋ ਹੈ ਵਾਹਿਗੁਰੂ ਜੀ ਨੂੰ ਸਦਾ ਹਜੂਰ ਵੇਖਦਾ ਹੈ। ਨੇੜਾ ਨੇੜਾ ਸਭ ਕੋ ਕਹੈ, ਗੁਰਮੁਖ ਭੇਦ ਵਿਰਲਾ ਕੋ ਲਹੈ। ਅੰਦਰੋਂ ਮਾਨਸਿਕ ਤੌਰ ਤੇ ਵਾਹਿਗੁਰੂ ਜੀ ਨੂੰ ਆਪਣੇ ਬਿਲਕੁਲ ਨਜ਼ਦੀਕ, ਆਪਣੇ ਸਾਹਮਣੇ ਹੀ ਵੇਖਦੇ ਹਨ ਗੁਰਮੁਖ ਪਿਆਰੇ। ਦੂਰ ਨਾਹੀ ਮੇਰੋ ਪ੍ਰਭ ਪਿਆਰੋ। ਸੋ ਇਸ ਪ੍ਰਕਾਰ ਸਦਾ ਸਾਰੇ ਪਾਸੇ ਭਰਪੂਰ ਹੋ ਰਿਹਾ ਵਾਹਿਗੁਰੂ। ਇੰਜ ਹਜ਼ੂਰੀ ਵਿੱਚ ਹੀ ਵਾਸਾ ਰੱਖਦੇ ਹਨ, ਪ੍ਰਮਾਤਮਾ ਨੂੰ ਆਪਣੇ ਬਿਲਕੁਲ ਨਜ਼ਦੀਕ ਵੇਖਦੇ ਹਨ। ਸੱਚਾ ਸ਼ਬਦ ਸਦਾ ਮਨ ਰਾਤਾ, ਭਰਮ ਗਿਆ ਸਰੀਰੋਂ ਦੂਰ। ਵਾਹਿਗੁਰੂ ਜੋ ਸੱਚ ਸਰੂਪ ਹੈ, ਉਸ ਦੀ ਜੋ ਬਾਣੀ ਹੈ, ਉਸ ਦੀ ਵਡਿਆਈ ਵਾਲੀ ਸ਼ਬਦ ਗੁਰਾਂ ਦੇ ਮੁਖ ਤੋਂ ਉਚਾਰਿਆ ਹੋਇਆ, ਉਸ ਸ਼ਬਦ ਦੁਆਰਾ ਸਦਾ ਹੀ ਗੁਰਮੁਖ ਦਾ ਜੋ ਮਨ ਹੈ ਉਹ ਰਾਤਾ ਰੰਗਿਆ ਰਹਿੰਦਾ, ਦਿਨੇ ਰਾਤ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ। ਤੇ ਭਰਮ ਗਿਆ ਸਰੀਰੋਂ ਦੂਰ। ਜਿਹੜੀ ਭਟਕਣਾ ਹੈ ਮਨ ਦੀ, ਭਰਮ ਹੈ, ਭ੍ਰਾਂਤੀ ਹੈ, ਭੇਦ ਹੈ, ਇਹ ਸਰੀਰ ਵਿੱਚੋਂ ਭਾਵ ਇੰਦਰੀਆਂ ਮਨ ਚੋਂ ਦੂਰ ਚਲਿਆ ਜਾਂਦਾ, ਭਰਮ ਨਹੀਂ ਨੇੜੇ ਰਹਿ ਜਾਂਦਾ। ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ। ਜੋ ਸਦੀਵੀ ਕਾਲ ਸਤ ਸਰੂਪ ਹੈ ਵਾਹਿਗੁਰੂ ਤੇ ਸਮੂਹ ਗੁਣਾਂ ਦਾ ਗਹੀਰ ਖਜ਼ਾਨਾ ਹੈ ਵਾਹਿਗੁਰੂ। ਨਿਰਮਲ ਮੈਲ ਤੋਂ ਰਹਿਤ ਹੈ, ਸਾਹਿਬ ਮਾਲਕ ਹੈ ਸਾਰੀ ਕੁਦਰਤ ਦਾ, ਸ੍ਰਿਸ਼ਟੀ ਦਾ। ਐਸੇ ਨਿਰਮਲ ਉਜਲ ਪਵਿੱਤਰ ਸਾਹਿਬ ਜੋ ਗੁਣਾਂ ਦਾ ਖਜ਼ਾਨਾ ਹੈ, ਸੱਚਾ ਹੈ, ਸਦੀਵੀ, ਉਸ ਨੂੰ ਪਾ ਲਿਆ ਹੈ ਵਾਹਿਗੁਰੂ ਦਾ ਗਿਆਨ ਹਾਸਲ ਕਰ ਲਿਆ, ਮਿਲਾਪ ਹਾਸਲ ਕਰ ਲਿਆ ਹੈ। ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਏ। ਹਜ਼ੂਰ ਕਹਿੰਦੇ ਨੇ ਜਿਹੜੇ ਜਾਗ ਪਏ ਗੁਰਾਂ ਦੇ ਸ਼ਬਦ ਦੁਆਰਾ, ਉਹ ਤਾਂ ਭਾਈ ਉਬਰੇ ਬਚ ਗਏ ਹਨ। ਜਿਹੜੇ ਸੌਂ ਗਏ ਵਿਦਿਆ ਅਗਿਆਨਤਾ ਦੀ ਨੀਂਦ ਵਿੱਚ, ਉਹ ਗਏ ਮੁਹਾਏ, ਲੁਟਾ ਕੇ ਗਏ ਸਾਰਾ ਕੁਝ, ਆਪਣਾ ਸਭ ਕੁਝ ਸ਼ੁਭ ਗੁਣਾਂ ਦਾ ਧਨ ਲੁਟਾ ਕੇ। ਸਵਾਸਾਂ ਦੀ ਪੂੰਜੀ ਜਿਹੜੀ ਵਾਹਿਗੁਰੂ ਦੇ ਦਰ ਤੋਂ ਲੈ ਕੇ ਆਏ ਸੀ, ਰਾਸ, ਇਹ ਵੀ ਲੁਟਾ ਗਏ। ਜਿਵੇਂ ਕਿਹਾ ਹੈ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਸੋ ਇਸ ਪ੍ਰਕਾਰ ਜਿਹੜੇ ਅਗਿਆਨਤਾ ਦੀ ਨੀਂਦ ਵਿੱਚ ਸੌਂ ਜਾਣ ਤੇ ਸੁੱਤੇ ਪਏ ਮਨੁੱਖ ਦਾ ਭਾਵੇਂ ਕੋਈ ਜੋੜਾ ਲੈ ਜਾਏ, ਕੋਈ ਪੱਗ ਲੈ ਜਾਏ, ਕੋਈ ਚੀਜ਼ ਚੁੱਕ ਕੇ ਲੈ ਜਾਏ, ਪਤਾ ਹੀ ਨਹੀਂ ਲੱਗਦਾ। ਇਸ ਤਰ੍ਹਾਂ ਸੁਤਿਆਂ ਜੋ ਸਭ ਕੁਝ ਲੁਟਾ ਗਏ, ਕੋਈ ਗੁਣ ਪੱਲੇ ਨਾ ਰਹਿ ਗਿਆ। ਤੇ ਸਵਾਸ ਜਿਹੜੇ ਰਾਸ ਪੂੰਜੀ ਮਿਲੀ ਸੀ ਜਿਹਦੇ ਨਾਲ ਵਣਜ ਵਪਾਰ ਕਰਨਾ ਸੀ ਇੱਥੇ ਮਾਤ ਲੋਕ, ਤੇ ਉਹ ਰਾਸ ਵੀ ਲੁਟਾ ਕੇ ਇੱਥੋਂ ਚਲੇ ਗਏ। ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ। ਜੋ ਸੱਚਾ ਬ੍ਰਹਮ ਹੈ ਅਕਾਲ ਪੁਰਖ ਵਾਹਿਗੁਰੂ, ਸੱਚਾ ਸ਼ਬਦ ਧਰਮ ਹੈ, ਫਰਜ਼ ਸੀ ਜਿਹੜਾ, ਤੇ ਸੱਚਾ ਗੁਰਾਂ ਦਾ ਉਪਦੇਸ਼ ਸੀ, ਇਸ ਨੂੰ ਉਹਨਾਂ ਪਛਾਣਿਆ ਹੀ ਨਹੀਂ ਹੈ। ਸੁਪਨਾ ਗਿਆ ਵਿਹਾਏ। ਤੇ ਸੁਪਨੇ ਦੇ ਵਿੱਚ ਜਿਹੜਾ ਸੁਪਨਾ ਸੰਸਾਰ ਸੀ ਜਿਹਦੇ ਨਾਲ ਚਿੱਤ ਲਾਇਆ ਸੀ, ਉਹ ਸੁਪਨਾ ਤਾਂ ਵਿਹਾ ਗਿਆ, ਬੀਤ ਗਿਆ। ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਸੋ ਇਸ ਪ੍ਰਕਾਰ ਆਰਜਾ ਗਈ ਵਿਹਾਏ, ਧੰਦਾ ਧਾਇਆ। ਇਸ ਪ੍ਰਕਾਰ ਦੀ ਹਾਲਤ ਹੋਈ। ਜੋ ਹੈ ਸੀ ਸੁਪਨਾ ਮੰਨ ਲਿਆ ਸੀ ਸੱਚਾ, ਜਾਗ ਆਈ ਨਹੀਂ ਸੀ, ਸੁਪਨੇ ਵਿੱਚ ਹੀ ਆਪਣੀ ਰਾਤ ਗੁਜ਼ਾਰ ਲਈ ਉਮਰ ਦੀ। ਤੇ ਇਸ ਤਰ੍ਹਾਂ ਉਹ ਸੁਪਨਾ ਵੀ ਵਿਹਾ ਗਿਆ, ਸਮਾਂ ਲੰਘ ਗਿਆ ਤੇ ਫਿਰ ਪੱਲੇ ਕੁਛ ਨਾ ਰਿਹਾ। ਉਹਨਾਂ ਦਾ ਸੰਸਾਰ ਤੇ ਆਉਣਾ ਤੇ ਜਾਣਾ ਇਸ ਤਰ੍ਹਾਂ ਦਾ। ਹਜ਼ੂਰ ਕਹਿੰਦੇ ਸੁਣੀਏ ਘਰ ਕਾ ਪਾ ਹੋਣਾ, ਜਿਉਂ ਆਇਆ ਤਿਉ ਜਾਏ।
ਜਿਸ ਤਰ੍ਹਾਂ ਕਿਤੇ ਖਾਲੀ ਪਏ ਸੁੰਨੇ ਪਏ ਘਰ ਜਿੱਥੇ ਜੀ ਕੋਈ ਨਹੀਂ ਵਸਦਾ, ਉੱਥੇ ਕੋਈ ਪ੍ਰਾਹੁਣਾ ਆ ਜਾਏ ਤਾਂ ਉਹ ਉਸ ਤਰ੍ਹਾਂ ਖਾਲੀ ਦਾ ਖਾਲੀ ਚਲਾ ਜਾਏਗਾ। ਨਾ ਉੱਥੋਂ ਪਿਆਸ ਬੁੱਝੇਗੀ, ਨਾ ਭੁੱਖ ਦੂਰ ਹੋਵੇਗੀ, ਨਾ ਖਾਣ ਨੂੰ ਕੁਛ ਮਿਲੇਗਾ, ਨਾ ਪਹਿਨਣ ਨੂੰ, ਨਾ ਪੀਣ ਨੂੰ, ਨਾ ਉੱਥੇ ਸੌਣ ਨੂੰ ਥਾਂ ਮਿਲੇਗਾ, ਨਾ ਮੰਜਾ ਬਿਸਤਰਾ ਮਿਲੇਗਾ, ਨਾ ਕੋਈ ਆਦਰ ਮਾਣ ਕਰਨ ਵਾਲਾ ਮਿਲੇਗਾ। ਸੋ ਇਸ ਪ੍ਰਕਾਰ ਜਿਵੇਂ ਸੁੰਨੇ ਘਰ ਦਾ ਪ੍ਰਾਹੁਣਾ ਜਿਵੇਂ ਆਇਆ ਉਸੇ ਤਰ੍ਹਾਂ ਚਲਿਆ ਗਿਆ, ਇਸ ਤਰ੍ਹਾਂ ਦੀ ਹਾਲਤ ਹੋਵੇਗੀ। ਜਿਹੋ ਜਿਹੇ ਆਏ ਦੁਨੀਆ ਤੇ ਉਹੋ ਜਿਹੇ ਚਲੇ ਗਏ ਖਾਲੀ ਦੇ ਖਾਲੀ। ਮਨਮੁਖ ਜਨਮ ਬਿਰਥਾ ਗਿਆ, ਕਿਆ ਮੋਹ ਦੇਸੀ ਜਾਏ। ਮਨ ਦੇ ਪਿੱਛੇ ਲੱਗਣ ਕਰਕੇ, ਮਨਮੁਖ ਬਣਨ ਕਰਕੇ ਮਨੁੱਖਾ ਜਨਮ ਬੜਾ ਦੁਰਲੱਭ ਸੀ, ਵੱਡਿਆਂ ਭਾਗਾਂ ਕਰਕੇ ਮਿਲਿਆ ਸੀ, ਪਰ ਇਹ ਮਨਮੁਖਤਾਈ ਕਰਕੇ ਵਿਅਰਥ ਹੀ ਚਲਾ ਗਿਆ। ਤੇ ਜਿਨ੍ਹਾਂ ਨੇ ਮਨੁੱਖਾ ਜਨਮ ਵਿਅਰਥ ਗਵਾ ਲਿਆ, ਫਿਰ ਕਿਆ ਮੋਹ ਦੇਸੀ ਜਾਏ। ਅੱਗੇ ਵਾਹਿਗੁਰੂ ਦੇ ਦਰ ਤੇ ਜਾ ਕੇ ਕੀ ਮੂੰਹ ਦੇਣਗੇ? ਉਹ ਜੀਵ ਕੀ ਮੂੰਹ ਦੇਵੇਗਾ ਆਪਣਾ ਵਾਹਿਗੁਰੂ ਦੇ ਦਰ ਤੇ? ਕੀ ਮੂੰਹ ਵਿਖਾਏਗਾ? ਭਾਵ ਸ਼ਰਮਿੰਦਗੀ ਮਹਿਸੂਸ ਹੋਵੇਗੀ, ਝਾੜਾਂ ਪੈਣਗੀਆਂ, ਆਦਰ ਮਾਣ ਨਹੀਂ ਮਿਲਣਾ। ਸਭ ਕੁਛ ਆਪੇ ਆਪ ਹੈ, ਹਉਮੈ ਵਿੱਚ ਕਹਿਣ ਨਾ ਜਾਏ। ਜਦੋਂ ਪਤਾ ਲੱਗ ਜਾਏ ਕਿ ਸਭ ਕੁਛ ਪਰਮਾਤਮਾ ਆਪ ਹੀ ਆਪ ਹੈ, ਫਿਰ ਹਉਮੈ ਵਿੱਚ ਆ ਕੇ ਕੋਈ ਬਚਨ ਨਹੀਂ ਕਿਹਾ ਜਾ ਸਕਦਾ, ਫਿਰ ਹੰਗਤਾ ਵਿੱਚ ਆ ਕੇ ਕੁਛ ਕਿਹਾ ਨਹੀਂ ਜਾ ਸਕਦਾ। ਅਥਵਾ ਸਭ ਕੁਛ ਆਪ ਹੀ ਆਪ ਹੈ ਪਰਮਾਤਮਾ, ਪਰ ਇਹ ਬਚਨ ਜਦੋਂ ਤੱਕ ਅਸੀਂ ਹਉਮੈ ਵਿੱਚ ਆ ਇੰਜ ਕਹਿਣ ਨਾ ਜਾਏ, ਨਹੀਂ ਕਥਨ ਕੀਤਾ ਜਾਂਦਾ ਕਿ ਸਭ ਕੁਛ ਪਰਮਾਤਮਾ ਆਪ ਹੀ ਆਪ ਹੈ। ਜਿਨ੍ਹਾਂ ਦੇ ਹਿਰਦੇ 'ਚੋਂ ਹਉਮੈ ਮਰ ਗਈ ਹੈ, ਉਹਨਾਂ ਦੇ ਮੁਖ ਤੋਂ ਬਾਰ-ਬਾਰ ਨਿਕਲਦਾ ਕਿ ਸਭ ਕੁਛ ਆਪ ਹੀ ਆਪ ਹੈ ਵਾਹਿਗੁਰੂ। ਗੁਰ ਕੈ ਸ਼ਬਦ ਪਛਾਣੀਐ, ਦੁੱਖ ਹਉਮੈ ਵਿੱਚੋਂ ਗਵਾਏ। ਇਹਦੇ ਗੁਰਾਂ ਦੇ ਸ਼ਬਦ ਨਾਲ ਜੇ ਜੁੜ ਜਾਈਏ ਨਾ, ਉਪਦੇਸ਼ ਨਾਲ, ਤਾਂ ਵਿੱਚੋਂ ਹਉਮੈ ਗਵਾ ਕੇ ਤੇ ਵਿਛੋੜੇ ਦਾ ਦੁੱਖ ਦੂਰ ਕਰਕੇ ਵਾਹਿਗੁਰੂ ਨੂੰ ਪਛਾਣ ਲਈਦਾ। ਹੁਣ ਅੰਦਰ ਹਉਮੈ ਦਾ ਪਰਦਾ ਹੈ। ਹਜ਼ੂਰ ਕਹਿੰਦੇ ਨੇ, ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ, ਗੁਰ ਪੂਰੈ ਹਉਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਧਨ ਇਸਤਰੀ ਜਿੰਦ ਆਤਮਾ ਤੇ ਪਿਰ ਪ੍ਰਮਾਤਮਾ ਵਾਹਿਗੁਰੂ ਦੋਵਾਂ ਦਾ ਇੱਕੋ ਹੀ ਥਾਂ ਤੇ ਵਾਸਾ ਸੀ, ਪਰ ਵਿੱਚ ਦੋਵਾਂ ਦੇ ਇੱਕ ਕੰਧ ਨਿਕਲੀ ਹੋਈ ਆ ਹੰਗਤਾ ਦੀ। ਜਦੋਂ ਪੂਰਨ ਸਤਿਗੁਰੂ ਨੂੰ ਆਪਣਾ ਤਨ ਮਨ ਧਨ ਅਰਪਣ ਕਰ ਦਈਏ, ਸਤਿਗੁਰੂ ਬਖਸ਼ਿਸ਼ ਦੇ ਘਰ ਵਿੱਚ ਆ ਜਾਣ ਤੇ ਜਿਹੜੀ ਕਰੜੀ ਕੰਧ ਹੈ ਨਾ ਹੰਗਤਾ ਦੀ, ਤੋੜ ਦੇਣ, ਭੰਨ ਦੇਣ, ਤਾਂ ਸੰਸਾਰ ਬਾਗ ਦਾ ਵਾਲੀ ਵਾਹਿਗੁਰੂ ਮਿਲ ਪੈਂਦਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਦੇ ਦੁੱਖ ਨੂੰ ਗਵਾ ਲਿਆ ਹੈ, ਹਉਮੈ ਵੱਡਾ ਦੁੱਖ ਹੈ ਨਾ, ਰੋਗ ਹੈ ਵੱਡਾ, ਤੇ ਇਹ ਵਿਛੋੜਾ ਜਿਹੜਾ ਵੱਡਾ ਦੁੱਖ ਹੈ, ਇਹ ਤੇ ਹਉਮੈ ਹੰਗਤਾ, ਇਹ ਗਵਾ ਕੇ ਗੁਰੂ ਦੇ ਸ਼ਬਦ ਰਾਹੀਂ ਵਾਹਿਗੁਰੂ ਨੂੰ ਪਛਾਣਿਆ ਜਾਂਦਾ। ਸਤਿਗੁਰ ਸੇਵਨ ਆਪਣਾ, ਹਉ ਤਿਨ ਕੈ ਲਾਗਾਉ ਪਾਏ। ਹਜ਼ੂਰ ਕਹਿੰਦੇ ਨੇ, ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਭੱਜ ਭੱਜ ਕੇ, ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਸੇਵਿਆ ਹੈ, ਜੋ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਨੇ, ਸਤਿਗੁਰੂ ਦੀ ਦੱਸੀ ਭਗਤੀ ਕਰਦੇ ਹਨ। ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ। ਨਾਨਕ ਦਰ ਸੱਚੈ ਸਚਿਆਰ ਹੈ, ਹਉ ਤਿਨ ਬਲਿਹਾਰੈ ਜਾਉ। ਹਜ਼ੂਰ ਕਹਿੰਦੇ, ਕਿਉਂ ਉਹਨਾਂ ਦੇ ਚਰਨੀ ਲੱਗਦੇ ਹਾਂ? ਕਿਉਂਕਿ ਜਿਨ੍ਹਾਂ ਦੇ ਪੱਲੇ ਸੱਚ ਹੈ, ਅੱਗੇ ਪ੍ਰਮਾਤਮਾ ਦੇ ਸੱਚੇ ਦਰਬਾਰ ਵਿੱਚ ਜਾ ਕੇ ਵੀ ਸਚਿਆਰ ਹੀ ਉਹ ਹੋਣਗੇ। ਸਚਿਆਰ ਹੈ, ਸਚਿਆਰ ਸੱਚ ਦੇ ਧਾਰਨੀ, ਸੱਚ ਵਾਲੇ ਜਿਨ੍ਹਾਂ ਦੇ ਪੱਲੇ ਸੱਚ ਹੈ, ਸੋ ਉਹਨਾਂ ਦਾ ਸਤਿਕਾਰ ਹੋਵੇਗਾ। ਇਸ ਕਰਕੇ ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਸਦਕੇ ਜਾਂਦਾ ਹਾਂ। ਸ੍ਰੀ ਰਾਗ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਸ੍ਰੀ ਰਾਗ ਵਿੱਚ ਅਗਲਾ ਸ਼ਬਦ ਉਚਾਰਦੇ ਹਨ। ਜੇ ਵੇਲਾ ਵਖਤ ਵਿਚਾਰੀਐ, ਤਾਂ ਕਿਤ ਵੇਲਾ ਭਗਤ ਹੋਏ। ਕਈ ਵਾਰੀ ਮਨੁੱਖ ਵਿਚਾਰਾਂ ਵਿੱਚ ਹੀ ਪਿਆ ਰਹਿੰਦਾ ਵੀ ਕਿਹੜੇ ਵੇਲੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ। ਜਿਵੇਂ ਸਨਾਤਨ ਮਤ ਦੇ ਲੋਕ ਕਹਿੰਦੇ, ਫਲਾਨੇ ਵੇਲੇ ਦਾਨ ਕੀਤਾ ਬਹੁਤਾ ਫਲੀਭੂਤ ਹੁੰਦਾ, ਜਦੋਂ ਸੂਰਜ ਨੂੰ ਗ੍ਰਹਿਣ ਲੱਗਾ ਹੋਵੇ ਉਦੋਂ ਦਾਨ ਕੀਤਾ ਬਹੁਤਾ ਫਲਦਾਇਕ ਹੈ, ਫਲਾਣੇ ਵੇਲੇ ਦਾਨ ਕੀਤਾ ਫਲਦਾਇਕ ਹੈ, ਫਲਾਣੇ ਸ਼ਰਾਧਾਂ ਨੂੰ ਦਾਨ ਕੀਤਾ ਫਲਦਾਇਕ ਹੈ ਇਤਿਆਦਿਕ। ਤਾਂ ਹਜ਼ੂਰ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਜੇ ਸਮਾਂ ਤੇ ਵਕਤ, ਵੇਲਾ ਘੜੀ ਤੇ ਵਕਤ ਸਮਾਂ ਜੇ ਵਿਚਾਰਦੇ ਰਹੀਏ ਤਾਂ ਫਿਰ ਕਿਸ ਵੇਲੇ ਭਗਤੀ ਹੋਵੇਗੀ ਭਾਈ। ਇਸ ਤਰ੍ਹਾਂ ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ, ਅੱਜ ਨਹੀਂ ਕੱਲ੍ਹ ਨੂੰ ਕਰਾਂਗੇ, ਪਰਸੋਂ ਨੂੰ ਕਰਾਂਗੇ, ਅੱਜ ਕਰਨਾ ਸ਼ਾਮਾਂ ਨੂੰ ਕਰਾਂਗੇ। ਕਬੀਰ ਜੀ ਨੇ ਕਿਹਾ ਨਾ, ਕਬੀਰ ਕਾਲ ਕਰਨ ਤਾਂ ਅਬਹਿ ਕਰ। ਜਿਹੜਾ ਕੱਲ੍ਹ ਨੂੰ ਕਰਨਾ ਨਾ ਕੰਮ ਤੂੰ, ਅਬ ਹੁਣੇ ਕਰ। ਅਬ ਕਰਤਾ ਸੋਏ ਤਾਲ, ਜਿਹੜਾ ਅਬ ਹੁਣ ਕਰਨਾ ਉਹ ਛੇਤੀ ਕਰ। ਕਬੀਰ ਕਾਲ ਕਰਨ ਤਾਂ ਅਬਹਿ ਕਰ, ਅਬ ਕਰਤਾ ਸੋਏ ਤਾਲ। ਪਾਸ਼ਾ ਕਛੂ ਨਾ ਹੋਏਗਾ, ਜੋ ਸਿਰ ਪਰ ਆਵੇ ਕਾਲ।
ਜਦੋਂ ਕਾਲ ਮੌਤ ਹੀ ਸਿਰ ਤੇ ਆ ਗਈ ਫਿਰ ਪਿੱਛੋਂ ਨਹੀਂ ਕੁਝ ਹੋ ਸਕਦਾ। ਹੁਣ ਜਦੋਂ ਤੇਰੇ ਸਵਾਸ ਚੱਲ ਰਹੇ ਨੇ ਉਦੋਂ ਹੀ ਵਕਤ ਹੈ। ਸੋ ਇਸ ਪ੍ਰਕਾਰ ਜੇ ਸਮਾਂ ਵਕਤ ਵਿਚਾਰਦ ਰਹੀਏ, ਵੇਲਾ ਘੜੀ ਵਿਚਾਰਦ ਰਹੀਏ, ਤਾਂ ਫਿਰ ਕਿਸ ਵੇਲੇ ਕਿਸ ਘੜੀ ਭਗਤੀ ਹੋ ਸਕਦੀ ਹੈ। ਤਾਂ ਮਹਾਰਾਜ ਦੱਸਦੇ ਨੇ ਇਸ ਪ੍ਰਸ਼ਨ ਦਾ ਜਵਾਬ ਭਈ ਅਨ ਦਿਨ ਨਾਮੇ ਰਤਿਆ ਸੱਚੀ ਸੱਚੀ ਸੋਏ। ਚਾਹੀਦਾ ਤਾਂ ਇਹ ਹੈ ਵੀ ਰਾਤ ਦਿਨ ਰੋਜ਼ ਹੀ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਜਾਈਏ, ਨਾਮ 'ਚ ਰੱਤੇ ਜਾਈਏ, ਤਾਂ ਫਿਰ ਸੱਚੇ ਸੱਚੀ ਸੋਏ। ਜੋ ਸੱਚ ਦੇ ਨਾਲ ਜੁੜੇ ਹਨ ਉਹਨਾਂ ਦੀ ਸੋਏ ਖਬਰ ਸੋਏ ਸੋਭਾ, ਉਹਨਾਂ ਦੀ ਸੋਭਾ ਵੀ ਸੱਚੀ ਹੁੰਦੀ ਹੈ। ਜਿਵੇਂ ਵਚਨ ਹੈ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਸੋ ਇਸ ਤਰ੍ਹਾਂ ਸੱਚ ਦੇ ਨਾਲ ਜੁੜੇ ਹੋਏ ਸੱਚੇ ਬਣ ਗਏ ਤੇ ਸੱਚੀ ਸੋਭਾ ਫਿਰ ਹੋਈ। ਇੱਕ ਤਿਲ ਪਿਆਰਾ ਵਿਸਰੈ ਭਗਤ ਕਿਨੇ ਹੀ ਹੋਏ। ਮਹਾਰਾਜ ਕਹਿੰਦੇ ਨੇ ਅਸਲ ਵਿੱਚ ਤਾਂ ਸਾਡਾ ਖਿਆਲ ਇਹ ਹੈ ਵੀ ਜੇ ਇੱਕ ਤਿਲ ਮਾਤਰ ਵੀ ਪਿਆਰਾ ਵਾਹਿਗੁਰੂ ਵਿਸਰਦਾ ਹੈ ਤਾਂ ਫਿਰ ਕਾਹਦੀ ਭਗਤੀ, ਫਿਰ ਭਗਤੀ ਕਿਸ ਤਰ੍ਹਾਂ ਹੋ ਸਕਦੀ ਹੈ। ਜੇ ਵਾਹਿਗੁਰੂ ਵਿਸਰ ਗਿਆ ਮਨ ਵਿੱਚੋਂ ਤੇ ਸਰੀਰਕ ਤੌਰ ਤੇ ਸਾਧਨ ਕੀਤੇ ਫਿਰ ਕਾਹਦੀ ਭਗਤੀ ਹੈ। ਮਨ ਤਨ ਸੀਤਲ ਸਾਚ ਸਿਉ ਸਾਸ ਨ ਬਿਰਥਾ ਕੋਏ। ਜਿਹੜੇ ਸੱਚ ਦੇ ਨਾਲ ਜੁੜੇ ਹਨ ਉਹਨਾਂ ਦਾ ਮਨ ਵੀ ਸੀਤਲ ਸ਼ਾਂਤ ਠੰਡਾ ਹੋ ਜਾਂਦਾ। ਜਿਵੇਂ ਵਚਨ ਹਨ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾ। ਚੰਦਰਮਾ ਨੂੰ ਬੜਾ ਠੰਡਾ ਮੰਨਿਆ, ਚੰਦਨ ਨੂੰ ਬੜਾ ਠੰਡਾ ਮੰਨਿਆ ਤੇ ਸੀਤਲ ਰੁੱਤ ਬੜੀ ਠੰਡੀ ਮੰਨੀ ਹੈ। ਤੇ ਹਜ਼ੂਰ ਕਹਿੰਦੇ ਇਹ ਤਿੰਨੇ ਠੰਡੀਆਂ ਨਹੀਂ ਹੈਨ, ਠੰਡੀਆਂ ਪਰ ਸਾਡੇ ਹਿਰਦੇ ਨੂੰ ਠੰਡ ਨਹੀਂ ਪਹੁੰਚਾ ਸਕਦੀਆਂ, ਇਹਨਾਂ ਦੁਆਰਾ ਠੰਡ ਨਹੀਂ ਮਿਲ ਸਕਦੀ ਅੰਦਰ ਨੂੰ। ਸੋ ਮਨ ਦੇ ਤਾਈਂ ਠੰਡ ਨਹੀਂ ਪੈਂਦੀ ਹੈ ਤੇ ਸੀਤਲ ਹੋ ਜਾਂਦਾ ਉਹ ਜੀਵ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ। ਨਹਿ ਸੀਤਲੰਗ ਚੰਦਰ ਦੇਵਹਿ ਨਹਿ ਸੀਤਲੰਗ ਬਾਮਨ ਚੰਦਨ, ਨਹਿ ਸੀਤਲੰਗ ਸੀਤਰੋ ਤੇਣ ਨਾਨਕ ਸੀਤਲੰਗ ਸਾਧ ਸੁਵਜਨ। ਵਾਹਿਗੁਰੂ ਦਾ ਨਾਮ ਜਿਨ੍ਹਾਂ ਦੇ ਹਿਰਦੇ 'ਚ ਹੈ ਨਾ ਉਹ ਸੰਤ ਜਿੰਨੇ ਠੰਡੇ, ਇੰਨੀ ਠੰਡੀ ਕੋਈ ਚੀਜ਼ ਨਹੀਂ। ਭਾਵੇਂ ਕਿ ਚੰਦਨ ਬੜਾ ਠੰਡਾ, ਇੱਕ ਮਣ ਪੱਕਾ ਪਾਣੀ ਤੱਤਾ ਕੀਤਾ ਹੋਵੇ ਗਰਮ ਤੇ ਇੱਕ ਤੋੜਾ ਪਰ ਚੰਦਨ ਵਿੱਚ ਪਾ ਦਈਏ ਠਾਰ ਕੇ ਬਰਫ਼ ਵਰਗਾ ਕਰ ਦਿੰਦਾ। ਔਰ ਉਹਦਾ ਜਿਹੜਾ ਰੁੱਖ ਹੈ ਚੰਦਨ ਦਾ ਉਹਦੇ 'ਚ ਬਹੁਤ ਜ਼ਿਆਦਾ ਖੁਸ਼ਬੂ ਤੇ ਬੜੀ ਠੰਡ ਹੁੰਦੀ ਹੈ। ਸੱਪ ਨਾਲ ਛਾਤੀ ਲਾਈ ਰੱਖਦੇ ਨੇ, ਜਦੋਂ ਤੱਕ ਨਾਲ ਚੰਬੜੇ ਰਹਿਣ ਉਹਨਾਂ ਦੀ ਜ਼ਹਿਰ ਸ਼ਾਂਤ ਰਹਿੰਦੀ ਹੈ। ਸੋ ਇਸੇ ਪ੍ਰਕਾਰ ਉਹ ਜਿਹੜਾ ਚੰਦਨ ਹੈ ਉਸ ਮਨੁੱਖ ਦੇ ਅੰਦਰ ਦੀ ਵਿਕਾਰਾਂ ਦੀ ਜ਼ਹਿਰ ਨਹੀਂ ਨਾ ਸ਼ਾਂਤ ਕਰ ਸਕਦਾ, ਭਾਵੇਂ ਬੜਾ ਠੰਡਾ। ਤੇ ਇਸੇ ਤਰ੍ਹਾਂ ਚੰਦਰਮਾ ਦੀਆਂ ਕਿਰਨਾਂ ਬੜੀਆਂ ਠੰਡੀਆਂ ਹਨ, ਪਰ ਜਿਹੜੀਆਂ ਪਤੀ ਵਰਤਾ ਔਰਤਾਂ ਦੇ ਪਤੀ ਪ੍ਰਦੇਸ਼ ਗਏ ਹੋਣ ਉਹਨਾਂ ਦੇ ਵਿਛੋੜੇ ਦਾ ਸੱਲ ਤਾਂ ਨਹੀਂ ਨਾ ਚੰਦਰਮਾ ਦੀਆਂ ਕਿਰਨਾਂ ਦੂਰ ਕਰ ਸਕਦੀਆਂ। ਔਰ ਇਸੇ ਪ੍ਰਕਾਰ ਸਰਦ ਰੁੱਤ ਜਿਹੜੀ ਹੈ ਉਹ ਬਾਹਰੀ ਤੌਰ ਤੇ ਠੰਡ ਦਿੰਦੀ ਹੈ, ਪਰ ਜਿਹਨਾਂ ਨੂੰ ਸੜਕੇ ਦੀ ਬਿਮਾਰੀ ਅੰਦਰੋਂ ਸੜਨ ਪੈਂਦੀ ਅੰਦਰੋਂ ਉਹ ਤਾਂ ਨਹੀਂ ਦੂਰ ਕਰ ਸਕਦੀ ਨਾ ਸਰਦ ਰੁੱਤ। ਇਸ ਤਰ੍ਹਾਂ ਛਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ, ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਇੱਥੇ ਹਜ਼ੂਰ ਕਹਿ ਰਹੇ ਨੇ ਕਿ ਉਹਨਾਂ ਦਾ ਮਨ ਵੀ ਸੀਤਲ ਹੋ ਗਿਆ, ਠੰਡਾ ਠਾਰ, ਔਰ ਉਹ ਤੱਤੀ ਤਵੀ ਤੇ ਬੈਠ ਕੇ ਵੀ ਠੰਡੇ ਹਨ, ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਂਦੇ ਵੀ ਠੰਡੇ ਹੀ ਹਨ। ਤੇ ਇਸੇ ਪ੍ਰਕਾਰ ਸੱਚ ਨਾਲ ਜੁੜਨ ਕਰਕੇ ਤਨ ਮਾਤਰ ਜਿਹੜੇ ਇੰਦਰੇ ਹਨ, ਨਾ ਅੱਖਾਂ ਬਗਾਨਾ ਰੂਪ ਤੱਕਦੀਆਂ, ਭੁੱਖੇ ਬਾਜਾਂ ਦੀ ਨਿਆਈ ਨਾ ਇਹਨਾਂ ਵਿੱਚ ਵਿਕਾਰ ਹੈ, ਨਾ ਕੰਨਾਂ ਵਿੱਚ ਸਰੋਤ ਐਸੀ ਗੰਦਮੰਦ ਸੁਣਨ ਦੀ ਹੈ, ਨਿੰਦਿਆ ਚੁਗਲੀ ਸੁਣਨ ਵੱਲ ਰੁਚੀ ਹੈ, ਨਾ ਜ਼ੁਬਾਨ ਤੋਂ ਹੀ ਉਹ ਗਲਤ ਬਚਨ ਬੋਲਦੇ ਹਨ, ਤੱਤੇ ਬਚਨ ਨਹੀਂ ਬੋਲਦੇ ਹਨ, ਠੰਡ ਪਾਉਣ ਵਾਲੇ ਬਚਨ ਬੋਲਦੇ ਨੇ। ਸੋ ਇਸ ਪ੍ਰਕਾਰ ਹੱਥ ਵੀ ਭੈੜੇ ਕਰਮ ਨਹੀਂ ਕਰਦੇ, ਪੈਰ ਕੁਸੰਗਤ ਵੱਲ ਨਹੀਂ ਜਾਂਦੇ। ਇਸ ਤਰ੍ਹਾਂ ਨਾਸਾਂ ਦੁਰਗੰਧੀਆਂ ਸੁਗੰਧੀਆਂ ਨਹੀਂ ਫਸਦੀਆਂ, ਔਰ ਸਾਸ ਨਾ ਬਿਰਥਾ ਕੋਏ। ਹਜ਼ੂਰ ਨੇ ਕਿਹਾ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇੱਥੇ ਹਜ਼ੂਰ ਕਹਿ ਰਹੇ ਨੇ ਕੋਈ ਉਹਨਾਂ ਦਾ ਇੱਕ ਵੀ ਸਵਾਸ ਜਿਹੜਾ ਹੈ ਬਿਰਥਾ ਨਹੀਂ, ਵਿਅਰਥ ਨਹੀਂ ਜਾਂਦਾ ਹੈ। ਮੇਰੇ ਮਨ ਹਰਿ ਕਾ ਨਾਮ ਧਿਆਏ, ਹੇ ਮੇਰੇ ਮਨਾ ਇੱਕੋ ਹਰੀ ਪਰਮੇਸ਼ਰ ਦੇ ਨਾਮ ਦਾ ਹੀ ਸਿਮਰਨ ਕਰ, ਵਾਹਿਗੁਰੂ ਦਾ ਆਰਾਧਨ ਕਰ। ਸਾਚੀ ਭਗਤ ਤਾਂ ਥੀਐ ਜਾਂ ਹਰ ਵਸੈ ਮਨਿਆ। ਸੱਚੀ ਭਗਤੀ ਤਾਂ ਹੀ ਹੁੰਦੀ ਹੈ ਜੇ ਹਰੀ ਪ੍ਰਮਾਤਮਾ ਮਨ ਵਿੱਚ ਆ ਕੇ ਵਸ ਜਾਂਦਾ ਹੈ। ਇਹਨਾਂ ਪ੍ਰੇਮ ਨਾਮ ਦੁਆਰਾ ਪੈਦਾ ਹੋ ਜਾਏ ਕਿ ਵਾਹਿਗੁਰੂ ਪ੍ਰਮਾਤਮਾ ਮਨ ਵਿੱਚ ਹੀ ਵਸਿਆ ਰਹੇ। ਵਸਦਾ ਤਾਂ ਵਾਹਿਗੁਰੂ ਕਣ ਕਣ ਵਿੱਚ ਹੈ, ਪਰ ਸਾਡੇ ਮਨ ਵਿੱਚੋਂ ਉਹਦੀ ਯਾਦ ਭੁੱਲੀ ਹੋਈ ਹੈ। ਕਹਿੰਦੇ ਜਦੋਂ ਵਾਹਿਗੁਰੂ ਮਨ 'ਚ ਵਸ ਜਾਂਦਾ ਉਦੋਂ ਸੱਚੀ ਭਗਤੀ ਹੁੰਦੀ ਹੈ। ਰਹਾਓ ਸਹਿਜੇ ਖੇਤੀ ਰਾਹੀ ਹੈ, ਸੱਚ ਨਾਮ ਬੀਜ ਪਾਏ। ਆਪਣਾ ਜਿਹੜਾ ਅੰਤਸ਼ਕਰਨ ਹਿਰਦਾ ਇਹ ਹੈ ਖੇਤ। ਤਾਂ ਮਹਾਰਾਜ ਕਹਿੰਦੇ ਨੇ
ਤੇ ਬੀਜ ਬੀਜਣ ਤੋਂ ਪਹਿਲਾਂ ਜਿਵੇਂ ਖੇਤ ਨੂੰ ਰਾਹਿਆ ਜਾਂਦਾ ਵਾਹਿਆ ਜਾਂਦਾ ਹੈ, ਸਹਿਜ ਵਿੱਚ ਭਾਵ ਹੈ ਕਿ ਮਾਨਸਿਕ ਅਡੋਲਤਾ ਵਿੱਚ ਪਹੁੰਚ ਕੇ ਇਸ ਹਿਰਦੇ ਦੀ ਖੇਤੀ ਨੂੰ, ਅੰਤਸ਼ਕਰਨ ਦੀ ਖੇਤੀ ਨੂੰ, ਖੇਤ ਨੂੰ ਰਾਹੀਏ, ਚੰਗੀ ਤਰ੍ਹਾਂ ਵਾਹ ਲਈਏ ਤੇ ਵਿੱਚ ਸੱਚੇ ਨਾਮ ਦਾ ਬੀਜ ਪਾਈਏ। ਫਿਰ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿਜ ਸੁਭਾਏ। ਅਗਲੀ ਦਾ ਅਰਥ ਹੈ ਬਹੁਤੀ, ਫਿਰ ਬਹੁਤ ਜ਼ਿਆਦਾ ਸੰਘਣੀ ਖੇਤੀ ਭਾਵ ਜਿਹੜੀ ਫਸਲ ਹੈ ਉਹ ਜੰਮ ਪਈ, ਉੱਗ ਪਈ, ਤੇ ਮਨੁਆ ਰੱਜਾ ਸਹਿਜ ਸੁਭਾਏ। ਤੇ ਮਨ ਨੂੰ ਰਜਾਉਣਾ ਸੀ ਨਾ, ਜਿਸ ਤਰ੍ਹਾਂ ਖੇਤ ਵਿੱਚ ਬੀਜ ਪਾ ਕੇ ਸਾਰੇ ਟੱਬਰ ਦੇ ਰਜੇਵੇਂ ਵਾਸਤੇ ਪਰਿਵਾਰ ਲਈ ਜਿਹੜੀ ਫਸਲ ਲਿਆਂਦੀ ਜਾਂਦੀ ਹੈ, ਇੱਥੇ ਹਜ਼ੂਰ ਕਹਿੰਦੇ ਜਿਹੜਾ ਮਨੁਆ ਮਨ ਸੀ ਇਹ ਰੱਜ ਗਿਆ, ਸਹਿਜ ਸੁਭਾਵਕ ਸ੍ਰੇਸ਼ਟ ਪ੍ਰੇਮ ਦੇ ਸਹਿਤ ਤੇ ਸਹਿਜ ਗਿਆਨ ਦੇ ਸਹਿਤ ਹੋ ਗਿਆ ਤੇ ਮਨ ਰੱਜ ਗਿਆ। ਇਹ ਮਨ ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਤ ਪੀਤਾ ਤਿਖ ਜਾਏ। ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ, ਗੁਰਾਂ ਦੀ ਬਾਣੀ, ਇਹ ਅੰਮ੍ਰਿਤ ਹੈ, ਆਤਮਿਕ ਮੌਤ ਤੋਂ ਰਹਿਤ ਕਰਨ ਵਾਲੀ, ਆਤਮਿਕ ਜੀਵਨ ਦੇਣ ਵਾਲਾ ਗੁਰੂ ਕਾ ਸ਼ਬਦ ਉਪਦੇਸ਼ ਹੈ। ਜਿਤ ਪੀਤਾ ਤਿਖ ਜਾਏ, ਜਿਵੇਂ ਬਾਹਰੀ ਸਰੀਰਕ ਤੌਰ 'ਤੇ ਜਿਹੜੀ ਪਿਆਸ ਹੁੰਦੀ ਹੈ ਉਹ ਜਲ ਪੀਣ ਨਾਲ ਦੂਰ ਹੁੰਦੀ ਹੈ, ਇਸੇ ਤਰ੍ਹਾਂ ਦੀ ਜਿਹੜੀ ਜਨਮਾਂ ਜਨਮਾਂਤਰਾਂ ਦੀ ਅੰਦਰ ਤੇ ਪਿਆਸ ਲੱਗੀ ਹੋਈ ਹੈ, ਤਿਖ ਮਨ ਤ੍ਰਿਸ਼ਨਾ, ਜਨਮਾਂ ਜਨਮਾਂਤਰਾਂ ਦੀ ਤ੍ਰਿਸ਼ਨਾ ਇਸ ਅੰਮ੍ਰਿਤ ਨਾਮ ਜਲ ਨੂੰ ਪੀਣ ਕਰਕੇ ਬੁੱਝ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਇਹੋ ਮਨ ਸਾਚਾ, ਸੱਚ ਰਤਾ, ਸੱਚੇ ਰਹਿਆ ਸਮਾਏ। ਸੱਚ ਵਿੱਚ ਰੰਗਿਆ ਹੋਇਆ, ਸੱਚ ਕੀ ਹੈ? ਵਾਹਿਗੁਰੂ ਤੇ ਵਾਹਿਗੁਰੂ ਜੀ ਦਾ ਨਾਮ। ਐਸੇ ਸੱਚ ਸਰੂਪ ਪਰਮਾਤਮਾ ਦੇ ਸੱਚੇ ਨਾਮ 'ਚ ਰੰਗਿਆ ਹੋਇਆ ਜਿਹੜਾ ਇਹ ਮਨ ਹੈ, ਇਹ ਵੀ ਸੱਚਾ ਹੋ ਗਿਆ ਤੇ ਸੱਚੇ ਰਹਿਆ ਸਮਾਏ। ਉਹ ਸੱਚ ਸਰੂਪ ਪਰਮਾਤਮਾ ਵਿੱਚ ਹੀ ਸਮਾਇਆ ਰਹਿੰਦਾ। ਫਿਰ ਆਖਣ ਵੇਖਣ ਬੋਲਣਾ ਸਬਦੇ ਰਹਿਆ ਸਮਾਏ। ਇਉਂ ਗੁਰਮੁਖ ਪਿਆਰਾ ਜੋ ਹੈ ਉਹਦਾ ਆਖਣਾ ਮੁਖ ਤੋਂ ਬੋਲਣਾ, ਆਖਣਾ ਕੁਝ ਬਚਨ ਕਰਨੇ, ਬੋਲਣਾ ਉੱਚੀ ਉੱਚੀ ਬੋਲਣਾ ਤੇ ਵੇਖਣਾ ਨੇਤਰਾਂ ਨਾਲ। ਇਸੇ ਪ੍ਰਕਾਰ ਮਨ ਬੁੱਧ ਰੂਪੀ ਨੇਤਰਾਂ ਦੇ ਨਾਲ ਅੰਦਰੋਂ ਵੇਖਣਾ ਤੇ ਇਸੇ ਪ੍ਰਕਾਰ ਸ਼ਰਧਾ ਵਿਸ਼ਵਾਸ ਰੂਪੀ ਜਿਹੜੀ ਜ਼ਬਾਨ ਹੈ ਨਾ, ਭਾਵਨਾ ਦੀ ਜ਼ਬਾਨ ਦੇ ਨਾਲ ਆਖਣਾ ਤੇ ਬੋਲਣਾ। ਸੋ ਉਹ ਕੀ ਹੈ? ਸ਼ਬਦ ਹੀ ਸ਼ਬਦ ਹੈ। ਗੁਰਾਂ ਦੀ ਬਾਣੀ ਨੂੰ ਹੀ ਆਖਦੇ ਹਨ ਤੇ ਵਾਹਿਗੁਰੂ ਦੀ ਜੋਤ ਨੂੰ ਸਾਰੇ ਪਾਸੇ ਤੱਕਦੇ ਹਨ। ਜੇ ਕੋਈ ਪੁੱਛਦਾ ਹੈ ਤੇ ਉਹਦੇ ਤਾਈਂ ਬੋਲ ਕੇ ਸੁਣਾਉਂਦੇ ਆ ਵਾਹਿਗੁਰੂ ਦਾ ਨਾਮ। ਇਸ ਤਰ੍ਹਾਂ ਗੁਰੂ ਦੇ ਸ਼ਬਦ ਵਿੱਚ ਹੀ ਸਮਾਇਆ ਰਹਿੰਦਾ ਸਾਰਾ ਕੁਝ, ਭਾਵ ਬਾਣੀ ਤੋਂ ਬਾਹਰ ਨਹੀਂ ਜਾਂਦੇ। ਫਿਰ ਬਾਣੀ ਵੱਜੀ ਚੌਂ ਜੁਗੀ ਸੱਚੋ ਸੱਚ ਸੁਣਾਏ। ਉਹ ਜਿਹੜੇ ਐਸੇ ਗੁਰਮੁਖ ਗੁਰਾਂ ਦੀ ਬਾਣੀ 'ਚ ਰਚੇ ਹੋਏ ਆ, ਉਹਨਾਂ ਦੀ ਆਪਣੀ ਜਸ ਰੂਪੀ ਬਾਣੀ, ਉਹਨਾਂ ਦੀ ਵਡਿਆਈ ਚੌਂ ਜੁਗਾਂ ਦੇ ਵਿੱਚ ਹੋਈ। ਧਰੂ ਜੀ ਪ੍ਰਹਿਲਾਦ ਜੀ ਸਤਜੁਗ ਵੇਲੇ ਹੋਏ ਹਨ ਤੇ ਰਾਜਾ ਰੁਕਮਾਂਗਦ ਜੀ, ਹੋਰ ਜਨਕ ਜੀ ਵਰਗੇ ਤ੍ਰੇਤੇ ਦੁਆਪਰ ਯੁਗਾਂ ਆਦਿਕਾਂ 'ਚ ਹੋਏ ਆ। ਨਾਮਦੇਵ ਜੀ, ਕਬੀਰ ਜੀ ਕਲਯੁਗ ਵਿੱਚ ਹੋਏ ਨੇ। ਉਹਨਾਂ ਦੀ ਸੋਭਾ ਵਾਲੀ ਬਾਣੀ ਵਜੀ ਪ੍ਰਗਟ ਹੋਈ, ਪ੍ਰਸਿੱਧ ਹੋਈ ਹੈ ਚੌਂ ਯੁਗਾਂ ਦੇ ਵਿੱਚ। ਸੱਚੋ ਸੱਚ ਸੁਣਾਏ, ਜਿਨ੍ਹਾਂ ਨੇ ਸੱਚ ਹੀ ਸੱਚ ਸੁਣਾਇਆ ਦੁਨੀਆ ਨੂੰ, ਜਿਨ੍ਹਾਂ ਨੇ ਹਮੇਸ਼ਾ ਸੱਚੇ ਨਾਮ ਦਾ ਹੀ ਪ੍ਰਚਾਰ ਕੀਤਾ, ਦੁਨੀਆ ਨੂੰ ਸਿੱਖਿਆ ਦਿੱਤੀ ਹੈ ਕਿ ਵਾਹਿਗੁਰੂ ਦਾ ਨਾਮ ਹੀ ਸੱਚਾ ਹੈ ਤੇ ਸ਼ਬਦੋਂ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ। ਸੋ ਇਸ ਪ੍ਰਕਾਰ ਉਹਨਾਂ ਦੀ ਬਾਣੀ ਹਮੇਸ਼ਾ ਪ੍ਰਗਟ ਹੁੰਦੀ ਹੈ, ਜਸ ਰੂਪੀ ਵਡਿਆਈ ਰੂਪੀ ਬਾਣੀ। ਔਰ ਦੂਜਾ ਅਰਥ ਇਹ ਵੀ ਹੈ ਕਿ ਸਤਿਗੁਰੂ ਮਹਾਰਾਜ ਦੀ ਜਿਹੜੀ ਉਚਾਰਨ ਕੀਤੀ ਬਾਣੀ ਹੈ ਨਾ, ਜਿਹਦੇ ਵਿੱਚ ਗੁਰਮੁਖ ਸਮਾਇਆ ਰਹਿੰਦਾ, ਇਹ ਚੌਂ ਯੁਗਾਂ 'ਚ ਵੱਜੀ ਮੈਨੇ ਪ੍ਰਗਟ ਹੋਈ ਹੈ। ਇਹ ਬਾਣੀ ਸੱਚ ਹੀ ਸੱਚ ਸੁਣਾ ਰਹੀ ਹੈ। ਹਉ ਮੈਂ ਮੇਰਾ ਰਹਿ ਗਿਆ, ਸੱਚਾ ਲਿਆ ਮਿਲਾਏ। ਹਉਮਤਾ ਮਮਤਾ, ਮੈਂ ਵੱਡਾ ਮੈਂ ਵੱਡਾ ਮੈਂ ਬੜਾ, ਤੇ ਆ ਮੇਰਾ ਆ ਮੇਰਾ ਆ ਮੇਰਾ, ਹੰਗਤਾ ਕਰਨੀ ਤੇ ਮੇਰ ਕਰਨੀ, ਮਮਤਾ, ਇਹ ਉਹਨਾਂ ਦਾ ਰਹਿ ਗਿਆ, ਭਾਵ ਮੁੱਕ ਗਿਆ ਹੈ। ਸੱਚਾ ਲਿਆ ਮਿਲਾਏ, ਸੱਚੇ ਅਕਾਲ ਪੁਰਖ ਨੇ ਉਹਨਾਂ ਨੂੰ ਆਪਣੇ ਵਿੱਚ ਮਿਲਾ ਲਿਆ ਹੋਇਆ। ਤਿਨ ਕਉ ਮਹਿਲ ਹਦੂਰ ਹੈ, ਜੋ ਸੱਚ ਰਹੇ ਲਿਵ ਲਾਏ। ਜੋ ਸੱਚ ਨਾਮ ਵਿੱਚ ਲਿਵ ਲਾ ਕੇ ਜਿਉਂਦੇ ਹਨ, ਵਿਚਰਦੇ ਹਨ, ਸੱਚ ਵਿੱਚ ਲਿਵ ਲਾ ਕੇ ਰਹਿ ਰਹੇ ਹਨ। ਸੋ ਇਸ ਪ੍ਰਕਾਰ ਦੇ ਜਿਹੜੇ ਗੁਰਮੁਖ ਨੇ, ਉਹਨਾਂ ਵਾਸਤੇ ਵਾਹਿਗੁਰੂ ਦਾ ਜਿਹੜਾ ਸਰੂਪ ਹੈ ਜਾਂ ਵਾਹਿਗੁਰੂ ਦਾ ਜੋ ਮਹੱਲ ਟਿਕਾਣਾ ਹੈ, ਉਹ ਬਿਲਕੁਲ ਹਦੂਰ ਨੇੜੇ ਹੈ, ਬਿਲਕੁਲ ਸਾਹਮਣੇ ਹੈ, ਪ੍ਰਗਟ ਹੈ ਉਹਨਾਂ ਵਾਸਤੇ ਵਾਹਿਗੁਰੂ ਦਾ ਸਰੂਪ। ਨਦਰੀ ਨਾਮ ਧਿਆਈ ਹੈ, ਵਿਣ ਕਰਮਾ ਪਾਇਆ ਨਾ ਜਾਏ। ਨਦਰੀ ਜੋ ਪ੍ਰਮਾਤਮਾ ਹੈ, ਉਸ ਦੀ ਆਪਣੀ ਮਿਹਰ ਦੀ ਨਜ਼ਰ ਦੁਆਰਾ ਹੀ, ਦ੍ਰਿਸ਼ਟੀ ਦੁਆਰਾ ਹੀ, ਬਖਸ਼ਿਸ਼ ਦੁਆਰਾ ਹੀ ਨਾਮ ਦਾ ਆਰਾਧਨ ਕੀਤਾ ਜਾ ਸਕਦਾ। ਵਿਣ ਕਰਮਾ ਪਾਇਆ ਨਾ ਜਾਏ, ਇੱਥੇ ਕਰਮਾ ਸ਼ਬਦ ਬਖਸ਼ਿਸ਼ ਦਾ ਹੀ ਵਾਚਕ ਹੈ।
ਬਿਨਾਂ ਵਾਹਿਗੁਰੂ ਜੀ ਦੀ ਬਖਸ਼ਿਸ਼ ਤੋਂ ਇਹ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ, ਨਾਮ ਨਾ ਪਾਇਆ ਜਾਏ। ਸੋ ਪੂਰਾ ਭਾਗ ਸਤ ਸੰਗਤ ਲਹੈ, ਜੋ ਸਤ ਸੰਗਤ ਪ੍ਰਾਪਤ ਹੋਣੀ ਹੈ ਵੀ ਪੂਰਨ ਭਾਗਾਂ ਦੀ ਨਿਸ਼ਾਨੀ ਹੈ। ਪੂਰਨ ਭਾਗ ਭਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ। ਸੋ ਇਸ ਪ੍ਰਕਾਰ ਪੂਰਿਆਂ ਵੱਡਿਆਂ ਭਾਗਾਂ ਕਰਕੇ ਸਤ ਸੰਗਤ ਲਹੈ ਕੋਈ ਪ੍ਰਾਪਤ ਕਰਦਾ ਹੈ। ਸਤਿਗੁਰ ਭੇਟੈ ਜਿਸ ਆਏ, ਜਿਸ ਦੇ ਤਾਈਂ ਸਤਿਗੁਰੂ ਮਹਾਰਾਜ ਮਿਲ ਪੈਂਦੇ ਹਨ। ਜਿਹਦੇ ਤਾਈਂ ਪੂਰਾ ਸਤਿਗੁਰੂ ਮਿਲ ਪੈਂਦਾ ਨਾ, ਸਤਿਗੁਰੂ ਜਿਸ ਤੇ ਬਖਸ਼ਿਸ਼ ਕਰਦੇ ਨੇ, ਪੂਰਬਲੇ ਭਾਗਾਂ ਕਰਕੇ ਵਾਹਿਗੁਰੂ ਜੀ ਸਤਿਗੁਰਾਂ ਨਾਲ ਮਿਲਾਉਂਦੇ ਨੇ ਤੇ ਸਤਿਗੁਰਾਂ ਦੇ ਮਿਲਾਪ ਵਿੱਚ ਸਤਸੰਗਤ ਮਿਲਦੀ ਹੈ। ਤੇ ਇਸ ਤਰ੍ਹਾਂ ਇਹ ਪੂਰਿਆਂ ਭਾਗਾਂ ਦੀ ਨਿਸ਼ਾਨੀ ਹੈ, ਜਿਸ ਰਾਹੀਂ ਫਿਰ ਸਤਸੰਗਤ ਰਾਹੀਂ ਵਾਹਿਗੁਰੂ ਦਾ ਭਜਨ ਹੁੰਦਾ, ਗਿਆਨ ਹੁੰਦਾ। ਸੋ ਇਹ ਵੱਡਿਆਂ ਭਾਗਾਂ, ਪੂਰਨ ਵੱਡੇ ਮਹਾਨ ਭਾਗਾਂ ਦੀ ਨਿਸ਼ਾਨੀ ਹੈ। ਆਨੰਦਨ ਨਾਮੇ ਰਤਿਆ, ਦੁੱਖ ਵਿਖਿਆ ਵਿੱਚੋਂ ਜਾਏ। ਜੋ ਰਾਤ ਤੇ ਦਿਨ ਵਾਹਿਗੁਰੂ ਜੀ ਦੇ ਨਾਮ ਵਿੱਚ ਰਤਿਆ ਹੋਇਆ ਹੈ, ਉਹਦੇ ਹਿਰਦੇ ਵਿੱਚੋਂ ਜਿਹੜੀ ਵਿਖਿਆ, ਜ਼ਹਿਰ ਦਾ ਮਤਲਬ ਹੈ ਮਾਇਆ, ਵਿਖ ਹੁੰਦੀ ਹੈ ਜ਼ਹਿਰ, ਵਿਖਿਆ ਮਾਇਆ ਵਾਸਤੇ ਸ਼ਬਦ ਵਰਤੇ ਹਨ ਸਤਿਗੁਰੂ। ਇਹ ਜਿਹੜਾ ਮਾਇਆ ਦਾ ਦੁੱਖ ਹੈ, ਜਿਸ ਨੂੰ ਅਸੀਂ ਸੁੱਖ ਸਮਝਿਆ ਹੋਇਆ, ਜੋ ਦ੍ਰਿਸ਼ਮਾਨ ਸਾਰਾ ਪ੍ਰਪੰਚ ਹੈ, ਸਰੀਰ ਤੋਂ ਲੈ ਕੇ ਇਹ ਸਾਰਾ ਮਾਇਆ ਹੈ। ਤੇ ਮਾਇਆ ਦਾ ਲਗਾ ਰੂਪੀ ਜਿਹੜਾ ਦੁੱਖ ਹੈ ਇਹ ਵਿੱਚੋਂ ਚਲਾ ਜਾਂਦਾ ਹੈ। ਮਾਇਆ ਦਾ ਜਿਹੜਾ ਮੋਹ ਹੈ ਇਹ ਦੁੱਖ ਹੈ। ਇਸੇ ਕਰਕੇ ਵਾਹਿਗੁਰੂ ਜੀ ਨਾਲੋਂ ਵਿਛੋੜਾ ਪਿਆ ਹੋਇਆ। ਇਹ ਜਿਹੜਾ ਵਿਛੋੜੇ ਦਾ ਦੁੱਖ ਹੈ ਫਿਰ ਵਿੱਚੋਂ ਚਲਿਆ ਜਾਂਦਾ। ਨਾਨਕ ਸ਼ਬਦ ਮਿਲਾਵੜਾ, ਨਾਮੇ ਨਾਮ ਸਮਾਏ। ਹਜੂਰ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਗੁਰੂ ਕੇ ਸ਼ਬਦ ਦੁਆਰਾ, ਸ਼ਬਦ ਨਾਲ ਜੁੜੇ ਰਹਿਆਂ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਂਦਾ। ਤੇ ਨਾਮ ਵਿੱਚ ਜੁੜਿਆ ਹੋਇਆਂ ਨਾਮੇ ਦੁਆਰਾ, ਨਾਮ ਦੁਆਰਾ, ਨਾਮ ਸਰੂਪੀ ਪਰਮੇਸ਼ਰ ਆ ਉਹਦੇ ਵਿੱਚ ਸਮਾਇਆ ਰਹਿੰਦਾ। ਸ਼ਬਦ ਦੁਆਰਾ ਐਸਾ ਮਿਲਾਪ ਹੁੰਦਾ ਨਾਮ ਨਾਲ ਕਿ ਨਾਮ ਹੀ ਨਾਮ ਵਿੱਚ ਸਮਾਇਆ ਰਹਿੰਦਾ। ਗੁਰਮੁਖ ਪਿਆਰਾ ਨਾਮ ਦੁਆਰਾ ਨਾਮੀ ਪਰਮੇਸ਼ਰ ਵਿੱਚ ਸਮਾ ਜਾਂਦਾ ਹੈ। ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਅਗਲਾ ਸ਼ਬਦ ਉਚਾਰਨ ਕਰਦੇ ਹਨ। ਆਪਣਾ ਭਉ ਤਿਨ ਪਾਇਓਨ, ਜਿਨ ਗੁਰ ਕਾ ਸ਼ਬਦ ਵਿਚਾਰ। ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਪ੍ਰਾਪਤ ਕੀਤੀ ਹੈ, ਜਿਨ੍ਹਾਂ ਦਾ ਮਨ ਮੰਨ ਗਿਆ ਗੁਰੂ ਦੇ ਸ਼ਬਦ ਨੂੰ ਪੜ੍ਹਨ, ਵਿਚਾਰਨ, ਸਮਝਣ ਵਾਸਤੇ, ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦੀ ਵਿਚਾਰ ਪੈਦਾ ਹੋ ਗਈ। ਬਾਹਰੀ ਤੌਰ ਤੇ ਨਹੀਂ, ਜਿਵੇਂ ਹੁਣ ਵਿਚਾਰ ਜ਼ਬਾਨ ਤੋਂ ਕਰੀ ਜਾ ਰਹੇ, ਗੁਰੂ ਦੇ ਸ਼ਬਦ ਦੀ ਵਿਚਾਰ ਅੰਦਰ ਵਸ ਗਈ ਹੈ, ਤਾਂ ਉਹਨਾਂ ਨੂੰ ਪ੍ਰਮਾਤਮਾ ਨੇ ਆਪਣਾ ਭਉ ਬਖਸ਼ ਦਿੱਤਾ ਹੈ। ਰੱਬ ਦਾ ਉਜਲ ਭੈ, ਜਿਸ ਦੇ ਅਧੀਨ ਹੋ ਕੇ ਸਾਰੇ ਸ਼ੁਭ ਕਰਮ ਹੁੰਦੇ ਨੇ। ਜਿਹੜਾ ਰੱਬ ਦਾ ਭਉ ਛੱਡ ਦਿੰਦਾ, ਹਜ਼ੂਰ ਕਹਿੰਦੇ ਜਿਨ੍ਹਾਂ ਭਉ ਤਿਨ ਨਾਹੇ ਭਉ। ਜਿਨ੍ਹਾਂ ਨੂੰ ਪ੍ਰਮਾਤਮਾ ਦਾ ਭਉ ਹੈ ਉਹਨਾਂ ਨੂੰ ਹੋਰ ਕੋਈ ਭਉ ਨਹੀਂ। ਮੁੱਚ ਭਉ ਨਿਭਵਿਆ, ਜਿਹੜੇ ਰੱਬ ਦੇ ਭਉ ਵੱਲੋਂ ਨਿਭਵ ਹਨ, ਨਿਡਰ ਹਨ, ਉਹਨਾਂ ਨੂੰ ਮੁੱਚ ਭਉ, ਬਾਹਲੇ ਭਉ ਵਿਆਪਦੇ ਨੇ, ਬਹੁਤੇ ਭਉ ਉਹਨਾਂ ਨੂੰ ਵਿਆਪਦੇ ਨੇ। ਸੋ ਇਸ ਪ੍ਰਕਾਰ ਵਾਹਿਗੁਰੂ ਦਾ ਭਉ ਜਿਨ੍ਹਾਂ ਦੇ ਅੰਦਰ ਪੈਦਾ ਹੋ ਗਿਆ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਵਿਚਾਰਿਆ ਹੈ, ਉਹਨਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਆਪਣਾ ਭਉ ਪੈਦਾ ਕਰ ਦਿੱਤਾ, ਜਿਸ ਕਰਕੇ ਉਹ ਸੁਧਰ ਗਏ ਹਨ। ਜਿਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਸਾਈਂ ਮੀਆਂ ਮੀਰ ਦੇ ਚੇਲਾ ਮੀਰਾਂ ਸ਼ਾਹ ਜੀ ਆਏ ਸੀ, ਤਾਂ ਉਹਨਾਂ ਕਿਹਾ ਸੀ ਮਹਾਰਾਜ ਇੱਕ ਪ੍ਰਸ਼ਨ ਦਾ ਤੁਸੀਂ ਹੱਲ ਕਰੋ। ਤਾਂ ਹਜ਼ੂਰ ਕਹਿੰਦੇ ਦੱਸੋ। ਕਹਿਣ ਲੱਗਾ ਜੀ ਮਨ 'ਚ ਖਿਆਲ ਉਪਜਦਾ ਹੈ ਕਿ ਜਦੋਂ ਤੋਂ ਦਰਵੇਸ਼ੀ ਧਾਰਨ ਕੀਤੀ ਹੈ, ਸਾਈਂ ਮੀਆਂ ਮੀਰ ਦੀ ਮੈਂ ਚਰਨੀ ਲੱਗ ਕੇ ਦਰਵੇਸ਼ੀ ਬਾਣਾ ਪਾਇਆ, ਸਿੱਖਿਆ ਲਈ ਹੈ, ਦੀਖਿਆ ਲਈ, ਉਦੋਂ ਤੋਂ ਬਾਅਦ ਤਾਂ ਕੋਈ ਮਾੜਾ ਕਰਮ ਜਾਣ ਬੁੱਝ ਕੇ ਨਹੀਂ ਕੀਤਾ। ਪਰ ਖਿਆਲ ਉਪਜਦਾ ਜੋ ਪਹਿਲਾਂ ਕੀਤੇ ਹੋਣਗੇ ਉਹ ਕਿਵੇਂ ਬਖਸ਼ੇ ਜਾਣਗੇ, ਉਹ ਭੋਗਣੇ ਪੈਣਗੇ ਜੀ। ਤਾਂ ਸਤਿਗੁਰਾਂ ਕਿਹਾ ਵਾਹ ਪੀਰ ਜੀ ਵਾਹ, ਇਹੀ ਤਾਂ ਦਰਵੇਸ਼ੀ ਦਾ ਲਾਭ ਹੈ। ਚੰਗਾ ਖਿਆਲ ਉਪਜਿਆ, ਇਹ ਤੋਸਾ ਜਿਹੜੀ ਹੁਣ ਤੱਕ ਕਮਾਈ ਕੀਤੀ ਉਹਦਾ ਹੀ ਫਲ ਹੈ। ਜੋ ਬੁਰੇ ਕਰਮ ਕਰਨ ਵਾਲੇ ਜਿਨ੍ਹਾਂ ਦੇ ਅੰਦਰ ਹੰਗਤਾ ਹੈ, ਉਹ ਤਾਂ ਹਮੇਸ਼ਾ ਡਿੰਗਾ ਮਾਰਦੇ ਨੇ ਕਿ ਅਸੀਂ ਮਾੜਾ ਕਰਮ ਕਰਦੇ ਹੀ ਨਹੀਂ, ਅਸੀਂ ਬੁਰਾ ਕਰਮ ਕੋਈ ਨਹੀਂ ਕੀਤਾ। ਬਹੁਤ ਘੱਟ ਲੋਕ ਨੇ ਜਿਹੜੇ ਮੰਨਣਗੇ ਵੀ ਅਸੀਂ ਵੀ ਕੋਈ ਮਾੜਾ ਕੀਤਾ ਹੈ। ਜੇ ਫੜੇ ਜਾਣ, ਉਹਨਾਂ ਦੇ ਕਰਮ ਪ੍ਰਗਟ ਹੋ ਜਾਣ, ਤੇ ਫਿਰ ਵੀ ਉਹ ਆਪਣਾ ਆਪ ਲੁਕਾਉਂਦੇ ਨੇ, ਛਪਾਉਂਦੇ ਨੇ ਆਪਣੇ ਬੁਰੇ ਕਰਮਾਂ ਨੂੰ। ਕਰਤ ਵਿਕਾਰ ਦਊ ਕਰ ਝਾਰ। ਪਰ ਜਿਹਦਾ ਹਿਰਦਾ ਨਿਰਮਲ ਹੋਇਆ ਹੈ, ਉਹਨੂੰ ਇਹ ਚਿੰਤਾ ਉਪਜਦੀ ਹੈ ਕਿ ਜੋ ਮੇਰੇ ਪਿਛਲੇ ਮਾੜੇ ਕਰਮ ਹਨ ਉਹ ਕਿਵੇਂ ਬਖਸ਼ੇ ਜਾਣ। ਹੁਣ ਵੀ ਗਾਹੇ ਬਗਾਏ ਕੋਈ ਮਾੜਾ ਹੋ ਜਾਂਦਾ ਹੋਵੇਗਾ, ਫੁਰਨਾ ਹੀ ਮਾੜਾ ਆ ਜਾਂਦਾ ਮਨ 'ਚ,
ਤਾਂ ਹਜੂਰ ਨੇ ਕਿਹਾ ਸੀ ਇਹ ਦਰਵੇਸ਼ੀ ਦਾ, ਇਹ ਸਿਮਰਨ ਦਾ ਹੀ ਫਲ ਹੈ ਕਿ ਮਨ 'ਚ ਪਛਤਾਵਾ ਜਨਮ ਲੈਂਦਾ ਕਿ ਮਾੜੇ ਕਰਮ ਜਿਹੜੇ ਪਿੱਛੇ ਕੀਤੇ ਹਨ ਉਹ ਕਿਸ ਤਰ੍ਹਾਂ ਬਖਸ਼ੇ ਜਾਣ, ਤੇ ਅੱਗੇ ਤੋਂ ਸੁਧਾਰ ਹੋ ਜਾਂਦਾ, ਤੇ ਪਛਤਾਵਾ ਜਨਮ ਲੈਂਦਾ ਪਿਛਲੇ ਕਰਮਾਂ ਦਾ। ਉਹ ਸੱਚੇ ਦਿਲੋਂ ਕੀਤਾ ਪਛਤਾਵਾ ਹੀ ਪਿਛਲੇ ਪਾਪਾਂ ਨੂੰ ਧੋ ਸੁੱਟਦਾ ਹੈ। ਸੋ ਇਸ ਤਰ੍ਹਾਂ ਇਹ ਹੈ ਪ੍ਰਮਾਤਮਾ ਦਾ ਭਾਉ ਅੰਦਰ ਪੈਦਾ ਹੋਣਾ। ਸੋ ਇਸ ਤਰ੍ਹਾਂ ਗੁਰੂ ਦੇ ਸ਼ਬਦ ਨੂੰ, ਉਪਦੇਸ਼ ਨੂੰ ਵਿਚਾਰਨ ਕਰਕੇ ਆਪਣਾ ਭਾਉ ਪ੍ਰਮਾਤਮਾ ਨੇ ਹਿਰਦੇ 'ਚ ਪਾ ਦਿੱਤਾ। ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ। ਉਹ ਫਿਰ ਗੁਰਮੁਖ ਪਿਆਰੇ ਹਮੇਸ਼ਾ ਸਤ ਸੰਗਤ ਵਿੱਚ, ਜਿੱਥੇ ਸਤ ਅਸਤ ਦੀ ਵਿਚਾਰ ਹੁੰਦੀ ਹੈ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਦਾ ਹੀ ਸਤ ਦੀ ਸੰਗਤ ਵਿੱਚ ਮਿਲੇ ਰਹਿੰਦੇ ਹਨ, ਜਿੱਥੇ ਰੱਬ ਦੇ ਨਾਮ ਦੀ ਗੱਲ ਹੁੰਦੀ ਹੈ, ਪਰਮਾਤਮਾ ਸੰਬੰਧੀ ਵਿਚਾਰਾਂ ਹੁੰਦੀਆਂ, ਸਾਧੂ ਜਨਾਂ ਦੇ ਕੋਲ ਇਹੀ ਕੁਛ ਹੁੰਦਾ। ਸੋ ਇਸ ਤਰ੍ਹਾਂ ਸਤ ਸੰਗਤ ਵਿੱਚ ਸਦਾ ਮਿਲੇ ਰਹਿੰਦੇ ਹਨ, ਤੇ ਉੱਥੇ ਕੀ ਕਰਦੇ ਨੇ? ਸੱਚੇ ਕੇ ਗੁਣ ਸਾਰ। ਸੱਚੇ ਅਕਾਲ ਪੁਰਖ ਦੀ ਪ੍ਰਾਪਤੀ ਵਾਲੇ ਜਿਹੜੇ ਗੁਣ ਹਨ ਉਹਨਾਂ ਦੀ ਸਾਰ ਸੰਭਾਲ ਕਰਦੇ ਨੇ। ਪਰਮਾਤਮਾ ਦੇ ਅੰਦਰ ਜਿਹੜੇ ਗੁਣ ਹਨ, ਪਤਿਤ ਪਾਵਨ ਹੈ, ਭਗਤ ਵਸ਼ਲ ਹੈ, ਅੰਤਰਜਾਮੀ ਹੈ, ਦੀਨਾ ਬੰਧੂ ਹੈ, ਦੀਨ ਦਇਆਲ ਹੈ, ਇਤਿਆਦਿਕ ਵਾਹਿਗੁਰੂ ਦੇ ਬੇਅੰਤ ਗੁਣ ਨੇ। ਵਾਹਿਗੁਰੂ ਅਕਾਲ ਪੁਰਖ ਦੇ ਸੱਚੇ ਪਰਮਾਤਮਾ ਦੇ ਜਿਹੜੇ ਗੁਣ ਹਨ ਉਹਨਾਂ ਨੂੰ ਸਾਰ ਸੰਭਾਲਦੇ, ਭਾਵ ਗੁਣ ਗਾਉਂਦੇ ਨੇ, ਪਰਮਾਤਮਾ ਦੇ ਗੁਣਾਂ ਦੀ ਸਾਰ ਕਰਦੇ ਹਨ। ਦੁਬਿਧਾ ਮੈਲ ਚੁਕਾਈਨ ਹਰ ਰਾਖਿਆ ਔਰ ਧਾਰ। ਉਹਨਾਂ ਨੇ ਆਪਣੇ ਹਿਰਦੇ ਅੰਦਰੋਂ ਦੁਬਿਧਾ, ਜਿਹੜਾ ਦੁਚਿੱਤਾਪਣ ਹੈ, ਸੰਸਾਰ ਨਾਲ ਲਗਾਓ ਹੈ, ਕਿਸੇ ਨਾਲ ਰਾਗ ਮੋਹ, ਕਿਸੇ ਨਾਲ ਦਵੈਤ ਹੈ, ਇਹ ਦੁਚਿੱਤਾਪਣ ਜਿਹੜਾ ਉਹਨਾਂ ਨੇ ਦੂਰ ਕੀਤਾ। ਔਰ ਹਿਰਦੇ 'ਚ ਜਿਹੜੀ ਮੈਲ ਹੈ, ਦੁਬਿਧਾ ਕਰਕੇ ਜਿਹੜੀ ਮੈਲ ਲੱਗੀ ਹੋਈ ਹੈ, ਸੋ ਉਹ ਮੈਲ ਚੁਕਾਈਨ ਦੂਰ ਕਰ ਦਿੰਦੇ ਹਨ। ਤੇ ਜਦੋਂ ਮੈਲਾਂ ਅੰਦਰੋਂ ਦੂਰ ਹੋਣ ਤਾਂ ਫਿਰ ਹਰ ਰਾਖਿਆ ਔਰ ਧਾਰ, ਹਰੀ ਵਾਹਿਗੁਰੂ ਦਾ ਨਾਮ ਅੰਦਰ ਵਸ ਜਾਂਦਾ। ਉਹਨਾਂ ਨੇ ਔਰ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖਿਆ ਇੱਕ ਵਾਹਿਗੁਰੂ ਜੀ ਦੇ ਨਾਮ ਨੂੰ। ਸੱਚੀ ਬਾਣੀ ਸੱਚ ਮਨ, ਸੱਚੇ ਨਾਲ ਪਿਆਰ। ਗੁਰਾਂ ਦੀ ਸੱਚੀ ਬਾਣੀ ਨੂੰ ਉਹ ਪੜ੍ਹਦੇ, ਸੁਣਦੇ, ਸਮਝਦੇ, ਵਿਚਾਰਦੇ ਹਨ। ਬਾਣੀ ਨਾਲ ਹੀ ਲਗਾਓ ਰਹਿੰਦਾ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਜਿਵੇਂ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਐਸਾ ਜੀਵਨ ਸੀ। ਔਰ ਉਹ ਰਾਤ ਸੁੱਤੇ ਪਏ ਵੀ ਮੁੱਖ ਤੋਂ ਬਾਣੀ ਪੜ੍ਹਦੇ ਸਨ। ਇੱਕ ਵਾਰੀ ਸੁੱਤੇ ਪਏ ਗੁਰੂ ਕੀ ਬਾਣੀ ਲਗਾਤਾਰ ਪੜ੍ਹ ਰਹੇ ਸੀ, ਤੇ ਸਿੰਘਾਂ ਨੇ ਪੋਥੀਆਂ ਪ੍ਰਕਾਸ਼ ਕਰਕੇ ਵੇਖਿਆ ਤਾਂ 18 ਪੱਤਰੇ 36 ਅੰਗ ਗੁਰੂ ਗ੍ਰੰਥ ਸਾਹਿਬ ਦੇ ਉਹ ਜ਼ਬਾਨੀ ਉਹਨਾਂ ਪੜ੍ਹੇ, ਤੇ ਇੱਕ ਵੀ ਲਗਾ ਮਾਤਰ ਕੋਈ ਅੱਖਰ ਗਲਤ ਨਹੀਂ ਸੀ ਬੋਲਿਆ। ਇੰਨਾ ਮਨ ਇਕਾਗਰ ਹੋ ਕੇ ਰਾਤ ਸੁੱਤਿਆਂ ਪਿਆ ਉਹਨਾਂ ਦਾ ਮਨ ਜਿਹੜਾ ਗੁਰੂ ਕੀ ਬਾਣੀ 'ਚ ਲੱਗਾ ਰਹਿੰਦਾ ਸੀ। ਸੋ ਇਸ ਪ੍ਰਕਾਰ ਕਬੀਰ ਜੀ ਨੇ ਕਿਹਾ, ਕਬੀਰ ਸੁਪਨਾ ਹੂੰ ਬਰੜਾਏ ਕਿ ਅਜਿਹੇ ਮੁਖ ਨਿਕਸੈ ਰਾਮ, ਤਾਂ ਕਿ ਪੱਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਜਿਹਦੇ ਸੁਪਨੇ 'ਚ ਵੀ ਬਰੜਾ ਕੇ ਮੁਖ ਤੋਂ ਰਾਮ ਹੀ ਨਿਕਲੇ, ਉੱਠਦਿਆਂ ਬਹਿੰਦਿਆਂ ਸੌਂਦਿਆਂ ਰਾਮ ਰਾਮ ਉਚਾਰਨ ਕਰਨ, ਭਾਵ ਵਾਹਿਗੁਰੂ ਵਾਹਿਗੁਰੂ ਸਿੱਖ ਉਚਾਰਨ ਕਰਨ, ਸੋ ਵੱਡਿਆਂ ਭਾਗਾਂ ਵਾਲੇ ਨੇ। ਉਹਨਾਂ ਦੇ ਪੈਰਾਂ 'ਚ ਪਾਉਣ ਵਾਲੀ ਜਿਹੜੀ ਜੁੱਤੀ ਹੈ ਮੇਰੇ ਚਮੜੇ ਦੀ ਬਣਨੀ ਚਾਹੀਦੀ ਹੈ, ਕਬੀਰ ਜੀ ਨੇ ਕਿਹਾ। ਸੋ ਇਸ ਪ੍ਰਕਾਰ ਜਿਨ੍ਹਾਂ ਨੇ ਹਿਰਦੇ 'ਚ ਧਾਰਨ ਕਰਕੇ ਰੱਖਿਆ, ਉੱਥੇ ਮੈਲਾਂ ਨਹੀਂ ਰਹਿ ਗਈਆਂ। ਗੁਰੂ ਕੀ ਸੱਚੀ ਬਾਣੀ, ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨਾਲ ਜੁੜੇ ਰਹਿੰਦੇ ਹੈ, ਤੇ ਮਨ ਵਿੱਚ ਵੀ ਸੱਚ ਪਰਮੇਸ਼ਰ ਦਾ ਨਾਮ ਹੀ ਵਸਿਆ ਹੋਇਆ, ਤੇ ਸੱਚੇ ਨਾਲ ਪਿਆਰ। ਹੋਰ ਉਹਨਾਂ ਦਾ ਝੂਠ ਨਾਲ ਪਿਆਰ ਨਹੀਂ ਰਹਿ ਜਾਂਦਾ, ਝੂਠੇ ਪਦਾਰਥਾਂ ਨਾਲ, ਝੂਠੇ ਸਰੀਰਾਂ ਨਾਲ ਨਹੀਂ, ਸੱਚੇ ਅਕਾਲ ਪੁਰਖ ਦੀ ਜੋਤ ਨਾਲ ਹੀ ਉਹਨਾਂ ਦਾ ਪਿਆਰ ਬਣ ਜਾਂਦਾ ਹੈ। ਮਨ ਮੇਰੇ ਹਉਮੈ ਮੈਲ ਭਰ ਨਾਲ, ਭਰ ਨਾਲ ਪਾਠ ਸਮੁੰਦਰ। ਹੇ ਮੇਰੇ ਮਨਾ, ਹਉਮੈ ਦੀ ਮੈਲ ਹੀ ਹੈ ਸੰਸਾਰ ਸਮੁੰਦਰ ਦੇ ਅੰਦਰ। ਜਿਹੜਾ ਸਾਰਾ ਸੰਸਾਰ ਹੈ, ਇੱਥੇ ਹੰਗਤਾ ਮਮਤਾ ਦੀ ਮੈਲ ਲੱਗੀ ਹੋਈ ਹੈ। ਹੇ ਮੇਰੇ ਮਨਾ, ਖਿਆਲ ਕਰ, ਇੱਥੋਂ ਬਚ, ਭਾਵ ਇਸ ਮੈਲ ਤੋਂ ਤੂੰ ਆਪਣਾ ਆਪ ਬਚਾ। ਹੇ ਮੇਰੇ ਮਨਾ, ਹਉਮੈ ਦੀ ਮੈਲ ਨਾਲ ਹੀ ਆਪਣਾ ਆਪ ਭਰਿਆ ਹੋਇਆ ਹੈ। ਸੋ ਇਸ ਪ੍ਰਕਾਰ ਪਰ ਨਾਲ ਪਾਠ ਇਕੱਠਾ ਸਮੁੰਦਰ ਦਾ ਵਾਚਕ ਹੈ, ਭਾਵ ਸੰਸਾਰ ਸਮੁੰਦਰ ਹਉਮੈ ਦੀਆਂ ਮੈਲਾਂ ਨਾਲ ਭਰਿਆ ਹੋਇਆ। ਹਉਮੈ ਨਾਲ ਤੇ ਮੈਲਾਂ, ਸ਼ਲੰਗ ਸ਼ਦਰੰਗ ਕੋਟ ਬਿਗਨ ਅਪਰਾਧੰ ਕਿਲ ਵਿਖ ਮਲੰਗ, ਇਹ 5 ਪ੍ਰਕਾਰ ਦੀਆਂ ਮੈਲਾਂ ਦਾ ਜ਼ਿਕਰ ਕੀਤਾ ਹਜ਼ੂਰ ਨੇ। ਛਲ ਕਰਨਾ, ਕਿਸੇ ਨਾਲ ਧੋਖਾ ਫਰੇਬ ਕਰਨਾ, ਛਿੱਦਰ ਦੋਸ਼ ਰੋਪਣੇ, ਨਿੰਦਿਆ ਕਰਨੀ ਕਿਸੇ ਦੀ ਐਵੇਂ ਝੂਠੀ, ਤੇ ਕਿਸੇ ਦੇ ਬਣਦੇ ਕੰਮਾਂ 'ਚ ਕਰੋੜਾਂ ਵਿਘਨ ਖੜੇ ਕਰਨੇ, ਇਹ ਮਨ ਦੀ ਮੈਲ ਹੈ। ਸ਼ਲੰਗ ਸ਼ਦਰੰਗ ਕੋਟ ਬਿਗਨ ਅਪਰਾਧੰ, ਛੋਟੇ ਛੋਟੇ ਅਪਰਾਧ,
ਤੇ ਕਿਲਵਿਖ ਵੱਡੇ ਪਾਪ। ਇਹ ਜਿਹੜੇ ਕੀਤੇ ਹੋਏ ਕਰਮ ਉਹਨਾਂ ਨਾਲ ਮੈਲਾ ਲੱਗੀਆਂ ਹੋਈਆਂ, ਤੇ ਇਹੀ ਮੈਲ ਫਿਰ ਦੁਬਾਰਾ ਇਹੋ ਜਿਹੇ ਕਰਮ ਕਰਨ ਵਾਲੀ ਪ੍ਰੇਰਦੀ ਹੈ। ਇਸ ਤਰ੍ਹਾਂ ਇਹ ਸੰਸਾਰ ਵਿੱਚ ਹੰਗਤਾ ਤੇ ਮੈਲ ਚੰਬੜੀ ਹੋਈ ਹੈ। ਸੰਸਾਰ ਸਮੁੰਦਰ ਦੀ ਨਿਆਈ ਇਹਨਾਂ ਚੀਜ਼ਾਂ ਨਾਲ ਭਰਿਆ ਹੋਇਆ। ਹਰ ਨਿਰਮਲ ਸਦਾ ਸੋਹਣਾ ਭਾਵ ਹੈ ਕਿ ਮਨਾ ਸੰਸਾਰ ਦੇ ਨਾਲ ਨਾ ਤੂੰ ਲਗਾਓ ਕਰ। ਇੱਥੇ ਤਾਂ ਮੈਲਾਂ ਹੀ ਮੈਲਾਂ ਹਨ। ਇੱਥੋਂ ਤੂੰ ਨਿਰਮਲ ਨਹੀਂ ਹੋਏਗਾ ਚਿੱਤ ਜੋੜ ਕੇ ਸੰਸਾਰ 'ਚ। ਹਰ ਨਿਰਮਲ ਸਦਾ ਸੋਹਣਾ, ਇੱਕ ਹਰੀ ਵਾਹਿਗੁਰੂ ਪਰਮਾਤਮਾ ਹੀ ਨਿਰਮਲ ਉਜਲ ਤੇ ਪਵਿੱਤਰ ਹੈ, ਜਿਸ ਵਿੱਚ ਕੋਈ ਮੈਲ ਨਹੀਂ, ਕੋਈ ਔਗਣ ਨਹੀਂ, ਕੋਈ ਦੋਸ਼ ਨਹੀਂ, ਕੋਈ ਵਿਕਾਰ ਨਹੀਂ। ਵਾਹਿਗੁਰੂ ਜੀ ਹੀ ਸਦਾ ਸੋਹਣੇ ਹਨ, ਸੁੰਦਰ ਸਰੂਪ ਹਨ। ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਓ ਮਾਰਗ ਹਮ ਪੀਛਾ ਲਾਗ ਚੱਲੀ, ਜਿਵੇਂ ਕਿਹਾ ਹੈ। ਸੋ ਇਸ ਪ੍ਰਕਾਰ ਸ਼ਬਦ ਰਹੇ ਸਵਾਰਨਹਾਰ, ਤੇ ਗੁਰੂ ਸਾਹਿਬ ਜੀ ਆਪਣੇ ਸ਼ਬਦ ਉਪਦੇਸ਼ ਦੁਆਰਾ ਸਵਾਰਨ ਵਾਲੇ ਨੇ। ਹਰੀ ਪਰਮਾਤਮਾ ਜਦੋਂ ਸਵਾਰਦਾ ਨਾ ਜੀਆਂ ਨੂੰ, ਸਵਾਰਨਹਾਰ ਤਾਂ ਆਪ ਹੀ ਹੈ, ਪਰ ਉਹਦੇ ਕੋਲ ਕੀ ਤਰੀਕਾ ਹੈ? ਉਹ ਗੁਰੂ ਸਾਹਿਬ ਦੇ ਨਾਲ ਮਿਲਾ ਕੇ ਗੁਰੂ ਦੇ ਪਾਸੋਂ ਸ਼ਬਦ ਦਵਾਉਂਦਾ, ਉਪਦੇਸ਼, ਦੀਖਿਆ, ਸਿੱਖਿਆ, ਬਾਣੀ, ਨਾਮ। ਸੋ ਇਸ ਦੁਆਰਾ ਸਵਾਰਨ ਵਾਲਾ ਹੈ ਵਾਹਿਗੁਰੂ। ਉਹਦੇ ਚਰਨਾਂ ਨਾਲ ਜੋੜ ਗੁਰਾਂ ਦੀ ਬਾਣੀ ਰਾਹੀਂ। ਰਹਾਓ ਸੱਚਾ ਸ਼ਬਦ ਮਨ ਮੋਹਿਆ, ਪ੍ਰਭ ਆਪੇ ਲੈ ਮਿਲਾਏ। ਗੁਰਾਂ ਦੇ ਸੱਚੇ ਸ਼ਬਦ ਉਪਦੇਸ਼ ਦੁਆਰਾ ਜਿਨ੍ਹਾਂ ਦਾ ਮਨ ਮੋਹਿਆ ਗਿਆ ਹੈ, ਪ੍ਰਭ ਆਪੇ ਲੈ ਮਿਲਾਏ। ਪ੍ਰਭੂ ਪਰਮਾਤਮਾ ਨੇ ਮਨ ਨੂੰ ਆਪ ਹੀ ਵਿਧੀ ਵਿਧਾਨ ਬਣਾਇਆ ਹੈ। ਇਹ ਬਖਸ਼ਿਸ਼ ਆਪ ਹੀ ਕੀਤੀ ਹੈ, ਗੁਰਾਂ ਦੇ ਨਾਲ ਜੋੜਿਆ, ਉੱਥੋਂ ਸੱਚਾ ਸ਼ਬਦ ਪ੍ਰਾਪਤ ਹੋਇਆ, ਤੇ ਜਿਸ ਦੇ ਉੱਪਰ ਬਖਸ਼ਿਸ਼ ਹੋਈ ਉਹਦਾ ਮਨ ਮੋਹਿਆ ਗਿਆ ਗੁਰੂ ਕੇ ਸ਼ਬਦ ਦੁਆਰਾ, ਤਾਂ ਪ੍ਰਭੂ ਪਰਮਾਤਮਾ ਫਿਰ ਆਪਣੇ ਆਪੇ 'ਚ ਮਿਲਾ ਲੈਂਦਾ। ਆਨੰਦਨ ਨਾਮੇ ਰਤਿਆ ਜੋਤੀ ਜੋਤ ਸਮਾਏ। ਜੋ ਰਾਤ ਦਿਨ ਵਾਹਿਗੁਰੂ ਜੀ ਦੇ ਨਾਮ ਵਿੱਚ ਰਤਿਆ ਹੋਇਆ ਹੈ, ਉਹ ਜੋਤੀ ਸਰੂਪ ਪਰਮਾਤਮਾ ਵਿੱਚ ਆਪਣੀ ਜੋਤ ਨੂੰ ਮਿਲਾ ਲੈਂਦਾ। ਜੋਤੀ ਜੋਤ ਸਮਾਏ। ਤਾਂ ਹੀ ਜਿਹੜੇ ਸੰਤ ਪੁਰਸ਼ ਨੇ, ਸਤਿਪੁਰਸ਼ ਹਨ, ਉਹਨਾਂ ਬਾਰੇ ਜਾਂ ਗੁਰੂ ਸਾਹਿਬਾਨਾਂ ਬਾਰੇ ਕਿਹਾ ਜਾਂਦਾ ਜੋਤੀ ਜੋਤ ਸਮਾ ਗਏ। ਸਤਿਗੁਰੂ ਜੀ ਇਸ ਸਾਲ ਨੂੰ ਇੰਨੀ ਤਰੀਕ ਨੂੰ ਜੋਤੀ ਜੋਤ ਸਮਾਏ, ਭਾਵ ਜੋਤੀ ਸਰੂਪ ਜੋ ਪਰਮਾਤਮਾ ਹੈ ਉਹਦੇ ਵਿੱਚ ਆਪਣੀ ਆਪਾ ਜਿਹੜਾ ਜੋਤ ਹੈ, ਰੌਸ਼ਨੀ ਹੈ, ਆਤਮਾ, ਉਸ ਨੂੰ ਸਮਾਈ ਹੋ ਗਈ, ਮਿਲਾਪ ਹੋ ਗਿਆ ਦੋਵਾਂ ਦਾ। ਪਰਮ ਜੋਤੀ ਵਿੱਚ ਆਤਮ ਜੋਤੀ ਮਿਲ ਗਈ। ਜੋਤੀ ਹੂ ਪ੍ਰਭ ਜਾਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਜਿਵੇਂ ਸੂਰਜ ਨੂੰ ਵੇਖਣਾ ਹੈ ਤੇ ਸੂਰਜ ਦੀ ਰੋਸ਼ਨੀ ਦੁਆਰਾ ਅਸੀਂ ਸੂਰਜ ਵੱਲ ਵੇਖਦੇ ਹਾਂ। ਅੱਖਾਂ ਸੂਰਜ ਵੱਲ ਤਾਂ ਹੀ ਵੇਖ ਸਕਦੀਆਂ ਜੇ ਸੂਰਜ ਚੜ੍ਹਿਆ ਰੋਸ਼ਨੀ ਵੰਡ ਰਿਹਾ, ਤਾਂ ਉਸੇ ਦੀ ਰੋਸ਼ਨੀ ਨੂੰ ਵਰਤ ਕੇ। ਇਸੇ ਤਰ੍ਹਾਂ ਜੋਤੀ ਸਰੂਪ ਜੋ ਪਰਮੇਸ਼ਰ ਆਇਆ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਉਸ ਜੋਤੀ ਸਰੂਪ ਪਰਮਾਤਮਾ ਵੱਲੋਂ ਜਿਹੜਾ ਚਾਨਣਾ ਗਿਆਨ ਦਾ ਬਖਸ਼ਿਆ ਹੋਇਆ, ਉਹਦੇ ਦੁਆਰਾ ਹੀ ਪ੍ਰਭੂ ਪਰਮਾਤਮਾ ਜਾਪਦਾ ਜਾਣਿਆ ਜਾਂਦਾ ਹੈ। ਬਿਨ ਸਤਿਗੁਰ ਬੂਝ ਨਾ ਪਾਏ। ਬਿਨਾਂ ਸੱਚੇ ਗੁਰਾਂ ਦੀ ਸ਼ਰਨ ਤੋਂ, ਉਪਦੇਸ਼ ਤੋਂ ਬਗੈਰ ਇਹ ਬੂਝ ਜਿਹੜੀ ਸਮਝ ਹੈ ਇਹ ਨਹੀਂ ਪ੍ਰਾਪਤ ਹੁੰਦੀ ਹੈ। ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ। ਜਿਨ੍ਹਾਂ ਦੇ ਮਸਤਕ ਤੇ ਪਿਛਲੇ ਜਨਮਾਂ ਦੇ, ਪੂਰਬਲੇ ਜਨਮਾਂ ਦੇ ਸੰਸਕਾਰ ਉਗੜੇ ਹਨ, ਲੇਖ ਲਿਖਿਆ ਹੋਇਆ ਜਨਮ ਤੋਂ ਪਹਿਲਾਂ ਦਾ, ਪੂਰਬਲੇ ਕਰਮਾਂ ਕਰਕੇ ਸਤਿਗੁਰ ਭੇਟਿਆ ਤਿਨ ਆਏ। ਉਹਨਾਂ ਨੇ ਆਣ ਕੇ ਸਤਿਗੁਰੂ ਨੂੰ ਭੇਟਿਆ, ਪ੍ਰਾਪਤ ਕੀਤਾ, ਮਿਲਾਪ ਹਾਸਲ ਕੀਤਾ ਹੈ। ਵਿਣ ਨਾਵੈ ਸਭ ਡੁੰਮਣੀ, ਦੂਜੇ ਭਾਏ ਖੁਆਏ। ਵਾਹਿਗੁਰੂ ਦੇ ਨਾਮ ਤੋਂ ਬਗੈਰ ਸਾਰੀ ਸ੍ਰਿਸ਼ਟੀ ਜੋ ਹੈ ਉਹ ਡੁੰਮਣੀ ਦੁਹੀ ਹੈ, ਚਿੰਤਾ 'ਚ ਗਰਸੀ ਹੋਈ ਹੈ। ਡੁੰਮਣੀ ਦੋ ਮਨੀ ਦੁਬਿਧਾ 'ਚ ਪਈ ਹੋਈ ਹੈ, ਤੇ ਦੂਜੇ ਭਾਏ ਸੰਸਾਰ ਦੇ ਖੋਟੇ ਪ੍ਰੇਮ ਵਿੱਚ ਪੈ ਕੇ ਖੁਆਏ ਖੁਆਰ ਹੋ ਰਹੀ ਹੈ। ਖੁਆਏ ਆਪਣਾ ਬਰਬਾਦ ਕਰ ਰਹੀ ਹੈ, ਆਪਣੇ ਸ਼ੁਭ ਗੁਣਾਂ ਨੂੰ ਗਵਾ ਰਹੀ ਹੈ ਸ੍ਰਿਸ਼ਟੀ। ਤਿਸ ਬਿਨ ਘੜੀ ਨਾ ਜੀਵ ਦੀ, ਦੁਖੀ ਰਹਿਣ ਵਿਹਾਏ। ਤਿਸ ਪਰਮਾਤਮਾ ਤੋਂ ਬਗੈਰ ਘੜੀ ਮਾਤਰ ਵੀ ਜੀਵਨ ਨਹੀਂ ਪ੍ਰਾਪਤ ਹੁੰਦਾ। ਸ੍ਰਿਸ਼ਟੀ ਤਾਂ ਮਰੀ ਹੋਈ ਹੈ। ਦੂਜੇ ਭਾਏ ਮਤ ਜਾਣੋ ਜਗ ਜੀਵਨ ਦਾ, ਦੂਜੇ ਭਾਏ ਮੋਏ ਆਸ। ਮਤਾ ਜਾਣੋ ਵੀ ਜਗਤ ਦੇ ਲੋਕ ਜਿਉਂਦੇ ਜਾਗਦੇ ਆ। ਦਵੈਤ ਭਾਜ ਲੱਗੀ, ਸ੍ਰਿਸ਼ਟੀ ਤਾਂ ਮਰੀ ਹੋਈ ਹੈ। ਦੁਖੀ ਰਹਿਣ ਵਿਹਾਏ। ਸੋ ਦੁੱਖਾਂ ਦੇ ਵਿੱਚ ਹੀ ਆਪਣੀ ਉਮਰ ਰੂਪੀ ਰਹਿਣ ਰਾਤ ਵਿਹਾਏ ਗੁਜ਼ਾਰ ਗਈ। ਇਹ ਜਿਹੜੀ ਸ੍ਰਿਸ਼ਟੀ ਹੈ, ਤਿਸ ਪਰਮਾਤਮਾ ਤੋਂ ਬਗੈਰ ਘੜੀ ਮਾਤਰ ਵੀ ਜੀਵਨ ਨਹੀਂ ਪ੍ਰਾਪਤ ਹੋਇਆ। ਭਰਮ ਭੁਲਾਣਾ ਅੰਧਲਾ, ਫਿਰ ਫਿਰ ਆਵੇ ਜਾਏ। ਜਿਹੜਾ ਭਰਮ ਦਾ ਭਟਕਾਇਆ ਹੋਇਆ ਹੈ, ਉਹ ਅੰਧਲਾ ਅਗਿਆਨੀ ਜੀਵ ਫਿਰ ਫਿਰ ਆਵੇ ਜਾਏ, ਦੁਬਾਰਾ ਦੁਬਾਰਾ ਆਉਂਦਾ ਤੇ ਜਾਂਦਾ ਹੈ। ਖੂਹ ਦੀਆਂ ਟਿੰਡਾਂ ਦੀ ਨਿਆਈ, ਆਉਣਾ ਜਾਣਾ ਨਹੀਂ ਮੁੱਕਦਾ, ਆਵਣ ਜਾਣ ਨਾ ਮੁੱਕਈ, ਮਰ ਜੰਮੇ ਵਾਰੋ ਵਾਰ। ਸੋ ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ। ਨਦਰ ਕਰੇ ਪ੍ਰਭ ਆਪਣੀ, ਆਪੇ ਲੈ ਮਿਲਾਏ।
ਜਦੋਂ ਵਾਹਿਗੁਰੂ ਪਰਮਾਤਮਾ ਆਪਣੀ ਮਿਹਰ ਦੀ ਦ੍ਰਿਸ਼ਟੀ ਪਾਉਂਦਾ, ਆਪਣੀ ਨਜ਼ਰ ਕਰਦਾ ਹੈ, ਬਖਸ਼ਿਸ਼ ਦੇ ਘਰ ਵਿੱਚ ਆਉਂਦਾ, ਤਾਂ ਆਪ ਹੀ ਮਿਲਾ ਲੈਂਦਾ ਆਪਣੇ ਨਾਲ। ਸਭ ਕੁਛ ਸੁਣਦਾ ਵੇਖਦਾ ਕਿਉਂ ਮੁੱਕਰ ਪਿਆ ਜਾਏ। ਵਾਹਿਗੁਰੂ ਜੀ ਸਾਰਿਆਂ ਦੇ ਹਿਰਦਿਆਂ ਦੀਆਂ ਸਾਰੀਆਂ ਗੁਪਤ ਗੱਲਾਂ ਨੂੰ, ਬਾਹਰੀ ਤੌਰ ਤੇ ਜ਼ੁਬਾਨ ਤੋਂ ਬੋਲੀਆਂ ਗੱਲਾਂ ਨੂੰ, ਸਭਨਾਂ ਦੀਆਂ ਹਿਰਦੇ ਦੀਆਂ ਫਰਿਆਦਾਂ ਨੂੰ ਵੀ ਸਦਾ ਵਾਸਤੇ ਸਭ ਕੁਝ ਹੀ ਸੁਣਦੇ ਹਨ ਤੇ ਸਾਰੇ ਜੀਆਂ ਦੇ ਕਰਮਾਂ ਨੂੰ ਵਾਹਿਗੁਰੂ ਜੀ ਵੇਖਦੇ ਪਏ ਨੇ। ਫਿਰ ਕਿਸ ਤਰ੍ਹਾਂ ਆਪਣੇ ਮੰਦ ਕਰਮ ਕਰਕੇ ਮੁਕਰਿਆ ਜਾ ਸਕਦਾ। ਅੰਦਰ ਕਮਾਉਣਾ ਸਿਰ ਪਰ ਉਗੜਾ ਭਾਵੇਂ ਕੋਈ ਬੈ ਧਰਤੀ ਵਿੱਚ ਕਮਾਈ। ਸੋ ਇਸ ਪ੍ਰਕਾਰ ਜੋ ਕੁਛ ਵੀ ਕੋਈ ਕਰਦਾ ਹੈ ਉਹ ਵਾਹਿਗੁਰੂ ਨੂੰ ਤਾਂ ਪਹਿਲਾਂ ਹੀ ਪਤਾ, ਸੰਸਾਰ ਵਿੱਚ ਵੀ ਉਗੜ ਜਾਂਦੇ ਆ ਕਰਮ। ਇਸ ਕਰਕੇ ਭਾਈ ਵਾਹਿਗੁਰੂ ਤੋਂ ਕੁਛ ਲੁਕਾਇਆ ਨਹੀਂ ਜਾ ਸਕਦਾ, ਪਰਮਾਤਮਾ ਦੇ ਦਰ ਤੇ ਮੁਕਰਿਆ ਨਹੀਂ ਜਾ ਸਕਦਾ। ਸੰਸਾਰ ਦੀਆਂ ਨਜ਼ਰਾਂ ਵਿੱਚ ਘਟਾ ਪਾਇਆ ਜਾ ਸਕਦਾ, ਲੋਕਾਂ ਦੀਆਂ ਅੱਖਾਂ ਵਿੱਚ, ਪਰ ਜੋ ਕੁਛ ਵੀ ਅਸੀਂ ਕਮਾਇਆ ਹੈ ਉਹ ਉਸ ਦੀ ਫਿਲਮ ਬਣ ਗਈ ਹੈ। ਵਾਹਿਗੁਰੂ ਅੰਤਰਜਾਮੀ ਹੈ, ਤੁਹਾਡੇ ਹਿਰਦੇ ਦੀਆਂ ਗੁਪਤ ਗੱਲਾਂ ਨੂੰ, ਫੁਰਨਿਆਂ ਨੂੰ, ਖਿਆਲਾਂ, ਵਿਚਾਰਾਂ ਨੂੰ, ਇੱਛਾਵਾਂ ਨੂੰ, ਕਾਮਨਾਵਾਂ ਨੂੰ ਸਭ ਕੁਝ ਮਹਾਰਾਜ ਜਾਣਦੇ ਆ ਔਰ ਇਸ ਤਰ੍ਹਾਂ ਵੇਖਦੇ ਵੀ ਹਨ ਸਾਰੀ ਸ੍ਰਿਸ਼ਟੀ ਦੇ ਕਰਮਾਂ ਨੂੰ। ਵਾਹਿਗੁਰੂ ਦੇ ਦਰ ਤੇ ਕਿਵੇਂ ਮੁਕਰਿਆ ਜਾ ਸਕਦਾ। ਪਾਪੋ ਪਾਪ ਕਮਾਵਦੇ ਪਾਪੇ ਪਚਹਿ ਪਚਾਏ। ਜਿਹੜੇ ਸਾਰਾ ਜੀਵਨ ਪਾਪ ਹੀ ਪਾਪ ਕਮਾਉਂਦੇ ਰਹੇ, ਸਭ ਤੋਂ ਵੱਡਾ ਪਾਪ ਇੱਥੋਂ ਸ਼ੁਰੂ ਹੁੰਦਾ ਜੋ ਪ੍ਰਮਾਤਮਾ ਵਿਸਰ ਜਾਂਦਾ, ਕਿਉਂਕਿ ਅਕਿਰਤ ਘਣਤਾ ਵੱਡਾ ਪਾਪ ਮੰਨਿਆ ਗਿਆ। ਇਸ ਤੋਂ ਅੱਗੇ ਹੋਰ ਪਾਪਾਂ ਨੇ ਜਨਮ ਲਿਆ, ਤਾਂ ਹੀ ਸਾਰੇ ਦੁੱਖ ਗਲ ਪਏ ਨੇ। ਦੁੱਖ ਤਦੇ ਜਾਂ ਵਿਸਰ ਜਾਵੇ। ਸੋ ਇਸ ਪ੍ਰਕਾਰ ਮਰਣੰ ਵਿਸਰਣੰ ਗੋਬਿੰਦਾ ਜੀਵਨੰ ਹਰ ਨਾਮ ਧਿਆਵਣਾ। ਮੌਤ ਹੀ ਹੈ ਜਿਹੜਾ ਵਾਹਿਗੁਰੂ ਭੁੱਲ ਜਾਏ। ਤਾਂ ਹਜ਼ੂਰ ਕਹਿੰਦੇ ਨੇ ਪਾਪ ਹੀ ਪਾਪ ਜਿਹੜੇ ਕਮਾਉਂਦੇ ਆ ਸੰਸਾਰ ਤੇ, ਫਿਰ ਉਹ ਪਾਪਾਂ ਦੇ ਵਿੱਚ ਹੀ ਪਚ ਹੈ, ਸੜਦੇ ਜਲਦੇ ਹਨ ਤੇ ਉਹਨਾਂ ਦੀ ਸੰਗਤ ਕਰਕੇ ਹੋਰ ਵੀ ਕਈ ਸੜਦੇ, ਕਈਆਂ ਨੂੰ ਹੋਰਨਾਂ ਨੂੰ ਸਾੜਦੇ ਆ, ਆਪ ਸੜਦੇ ਹੋਰਨਾਂ ਨੂੰ ਸਾੜਦੇ ਨੇ। ਜਿਵੇਂ ਈਰਖਾ ਬਾਰੇ ਹੀ ਕਿਹਾ ਜਾਂਦਾ ਵੀ ਈਰਖਾ ਏਡੀ ਭੈੜੀ ਅੱਗ ਹੈ, ਜਿਹੜਾ ਈਰਖਾ ਕਰਨ ਵਾਲਾ ਉਹਦਾ ਹਿਰਦਾ ਵੀ ਸਾੜਦੀ, ਜਿਹਦੇ ਨਾਲ ਈਰਖਾ ਕੀਤੀ ਜਾਂਦੀ ਉਹਨੂੰ ਵੀ ਦੁਖੀ ਕਰਦੀ ਹੈ, ਉਹਨੂੰ ਵੀ ਸਾੜਦੀ ਹੈ। ਸੋ ਇਸ ਪ੍ਰਕਾਰ ਜਿਹੜੇ ਪਾਪ ਹੀ ਪਾਪ ਕਮਾਉਂਦੇ ਹਨ, ਪਾਪ ਕਮਾਉਂਦੇ ਤਰ੍ਹਾਂ ਕੋਈ ਨਾ ਬੇਲੀ ਰਾਮ। ਸੋ ਇਸ ਤਰ੍ਹਾਂ ਫਿਰ ਪਾਪ ਵਿੱਚ ਹੀ ਪਚਹਿ ਸੜਦੇ ਹਨ ਤੇ ਹੋਰਨਾਂ ਨੂੰ ਵੀ ਸਾੜਦੇ ਹਨ, ਸੜਦੇ ਹੀ ਸੜਦੇ ਰਹਿੰਦੇ ਹਨ। ਸੋ ਪ੍ਰਭ ਨਦਰ ਨਾ ਆਵਈ ਮਨ ਮੁਖ ਬੂਝ ਨਾ ਪਾਏ। ਜੋ ਮਨ ਦੇ ਪਿੱਛੇ ਲੱਗਾ ਹੋਇਆ ਉਸ ਨੂੰ ਬੂਝ ਸਮਝ ਨਹੀਂ ਪ੍ਰਾਪਤ ਹੁੰਦੀ ਤੇ ਉਹ ਪ੍ਰਭੂ ਪਰਮਾਤਮਾ ਨਜ਼ਰ ਵਿੱਚ ਨਹੀਂ ਆਉਂਦਾ। ਜਿਹੜੀ ਮਨਬੁੱਧ ਰੂਪੀ ਜਿਹੜੇ ਨੇਤਰ ਹਨ ਉਹਨਾਂ ਵਿੱਚ ਨਹੀਂ ਆਉਂਦਾ। ਵਿਰਾਗ ਵਿਵੇਕ ਦੇ ਨੇਤਰ ਨਹੀਂ ਖੁੱਲ੍ਹੇ, ਇਸ ਕਰਕੇ ਪਰਮਾਤਮਾ ਦਾ ਦਰਸ਼ਨ ਨਹੀਂ ਹੁੰਦਾ। ਜਿਸ ਵੇਖਾਲੇ ਸੋਈ ਵੇਖਿਆ ਨਾਨਕ ਗੁਰਮੁਖ ਪਾਏ। ਹਜ਼ੂਰ ਕਹਿੰਦੇ ਭਾਈ ਇਹ ਮਨਮੁਖਾਂ ਦੀ ਵੀ ਕੀ ਨਿੰਦਾ ਕਰਨੀ ਹੈ। ਜਿਸ ਨੂੰ ਵਾਹਿਗੁਰੂ ਆਪਣਾ ਸਰੂਪ ਆਪ ਵਿਖਾਲੇ ਉਹੀ ਵੇਖ ਸਕਦਾ ਹੈ। ਤੇ ਜੋ ਗੁਰਾਂ ਦੇ ਪਿੱਛੇ ਹੋ ਕੇ ਚੱਲਣ ਵਾਲਾ, ਸਨਮੁਖ ਹੋ ਕੇ ਚੱਲਣ ਵਾਲਾ, ਗੁਰਾਂ ਦੇ ਆਖੇ ਲੱਗ ਕੇ ਚੱਲਣ ਵਾਲਾ ਹੈ, ਗੁਰੂ ਦੇ ਸਨਮੁਖ ਹੋ ਜਾਂਦਾ, ਉਹ ਉਹੀ ਪ੍ਰਾਪਤ ਕਰ ਸਕਦਾ ਵਾਹਿਗੁਰੂ ਜੀ ਨੂੰ। ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਅਗਲਾ ਸ਼ਬਦ ਉਚਾਰਦੇ ਹਨ। ਬਿਨ ਗੁਰ ਰੋਗ ਨਾ ਟੁੱਟਈ, ਹਉਮੈ ਪੀੜ ਨਾ ਜਾਏ। ਬਿਨਾਂ ਗੁਰਾਂ ਦੀ ਸ਼ਰਨ ਤੋਂ, ਬਿਨਾਂ ਗੁਰਾਂ ਦੇ ਉਪਦੇਸ਼ ਤੋਂ, ਗੁਰਾਂ ਦੀ ਬਖਸ਼ਿਸ਼ ਤੋਂ ਜਿਹੜਾ ਰੋਗ ਸਾਨੂੰ ਚੰਬੜਿਆ ਹੋਇਆ, ਵਿਛੋੜੇ ਦਾ, ਹੰਗਤਾ ਦਾ, ਵਿਕਾਰਾਂ ਦਾ, ਇਹ ਰੋਗ ਟੁੱਟਦਾ ਨਹੀਂ। ਹਉਮੈ ਪੀੜ ਨਾ ਜਾਏ। ਜਿਹੜੀ ਬਾਹਰ ਹਉਮੈ ਫੁਰਦੀ ਹੈ ਸਰੀਰਕ ਤੌਰ 'ਤੇ ਸੰਸਾਰ 'ਚ ਵਿਚਰਦਿਆਂ ਹੋਇਆਂ, ਕਈ ਤਰ੍ਹਾਂ ਦੀ ਸਮੇਂ-ਸਮੇਂ 'ਤੇ ਹਉਮੈ ਫੁਰਦੀ ਹੈ, ਇੱਕ ਅਭਿਮਾਨ ਹਿਰਦੇ 'ਚ ਬੈਠਾ ਹੋਇਆ। ਸੋ ਇਹ ਹਉਮੈ ਕਰਕੇ ਜਿਹੜੀਆਂ ਦਰਦਾਂ ਹਨ, ਪੀੜਾਂ ਹਨ, ਇਹ ਜਾਂਦੀਆਂ ਨਹੀਂ ਹਨ। ਜੰਮਣ ਮਰਨ ਰੂਪੀ ਪੀੜਾਂ ਸਦਾ ਵਾਸਤੇ ਬਣੀਆਂ ਰਹਿੰਦੀਆਂ ਹਨ। ਇਹ ਹਉਮੈ ਵੀ ਪੀੜ ਰੂਪ ਹੀ ਹੈ। ਸੋ ਇਸ ਪ੍ਰਕਾਰ ਸਾਗਤ ਹਰ ਰਸ ਸਾਧਨਾ ਜਾਣਿਆ ਤਨ ਅੰਤਰ ਹਉਮੈ ਕੰਡਾ ਹੈ। ਜੋ ਜੋ ਚੱਲ ਹੈ ਚੁੱਭੈ ਦੁੱਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੈ। ਇਹ ਮਨੋ ਹਉਮੈ ਦਾ ਕੰਡਾ ਅੰਦਰ ਚੁੱਭਿਆ ਹੋਇਆ, ਜਿਵੇਂ ਜਿਵੇਂ ਤੁਰਦੇ ਤਿਵੇਂ ਤਿਵੇਂ ਦਰਦ ਕਰਦਾ ਕੰਡਾ। ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਏ। ਗੁਰੂ ਦੀ ਪ੍ਰਸਾਦ ਕਿਰਪਾ ਜਿਨ੍ਹਾਂ ਤੇ ਹੋਈ, ਬਖਸ਼ਿਸ਼ ਦੇ ਘਰ ਸਤਿਗੁਰੂ ਆਏ ਤਾਂ ਮਨ ਵਿੱਚ ਨਾਮ ਵਸ ਜਾਂਦਾ ਹੈ। ਨਾਮੇ ਰਹਿ ਸਮਾਏ, ਫਿਰ ਉਹ ਨਾਮ ਵਿੱਚ ਹੀ ਸਮਾਇਆ ਰਹਿੰਦਾ ਜੋ ਗੁਰਮੁਖ ਪਿਆਰਾ ਹੈ। ਗੁਰ ਸ਼ਬਦੀ ਹਰ ਪਾਈ ਹੈ। ਗੁਰਾਂ ਦੇ ਸ਼ਬਦ ਉਪਦੇਸ਼ ਬਾਣੀ ਸਿੱਖਿਆ ਦੁਆਰਾ ਹੀ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਬਿਨ ਸ਼ਬਦੈ ਭਰਮ ਭੁਲਾਏ। ਬਿਨਾਂ ਗੁਰਾਂ ਦੇ ਸ਼ਬਦ ਤੋਂ ਭਰਮ ਵਿੱਚ ਪੈ ਕੇ ਭੁੱਲਿਆ ਰਹਿੰਦਾ ਜੀਵ। ਬਿਨਾਂ ਗੁਰਾਂ ਦੇ ਸ਼ਬਦ ਤੋਂ ਭਰਮ ਕਰਕੇ ਭੁਲਾਇਆ ਹੋਇਆ, ਭਟਕਣਾ 'ਚ ਪਿਆ ਹੋਇਆ, ਭੁੱਲਿਆ ਹੋਇਆ ਜੀਵ ਤੁਰਿਆ ਫਿਰਦਾ।
ਮਨ ਰੇ ਨਿਜ ਘਰ ਵਾਸਾ ਹੋਏ। ਮਨ ਰੇ ਹੇ ਮੇਰੇ ਮਨਾ, ਨਿਜ ਘਰ ਹਿਰਦੇ ਰੂਪੀ ਘਰ ਦੇ ਵਿੱਚ ਵਾਸਾ ਹੋ ਜਾਣਾ ਚਾਹੀਦਾ। ਇੱਥੇ ਜੇ ਵਾਸਾ ਹੋਏ, ਹਿਰਦੇ ਸਰੂਪ ਰੂਪੀ ਘਰ ਵਿੱਚ ਵਾਸਾ ਹੋ ਜਾਂਦਾ ਗੁਰਾਂ ਦੀ ਸ਼ਰਨ ਲੈ ਕੇ। ਰਾਮ ਨਾਮ ਸਲਾਹੇ ਤੂੰ, ਕਿਵੇਂ ਵਾਸਾ ਹੋਏਗਾ ਜੀ? ਤਾਂ ਹਜ਼ੂਰ ਕਹਿੰਦੇ ਨੇ ਗੁਰਾਂ ਤੋਂ ਉਪਦੇਸ਼ ਲੈ ਕੇ ਜਿਹੜਾ ਰਮਿਆ ਹੋਇਆ ਨਾ ਵਿਆਪਕ ਸਰੂਪ ਵਾਹਿਗੁਰੂ, ਐਸੇ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਹੀ ਤੂੰ ਸਲਾਹਿਆ ਕਰ, ਸਿਫਤੋ ਸਿਫਾਤ ਕਰਿਆ ਕਰ, ਨਾਮ ਨੂੰ ਵਡਿਆਇਆ ਕਰ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਇੰਜ ਕਰਿਆ ਕਰ। ਫਿਰ ਆਵਣ ਜਾਣ ਨਾ ਹੋਏ, ਫਿਰ ਆਉਣਾ ਜਾਣਾ ਨਹੀਂ ਹੋਵੇਗਾ, ਆਉਣਾ ਜਾਣਾ ਮੁੱਕ ਜਾਏਗਾ। ਰਹਾਓ ਹਰ ਇੱਕੋ ਦਾਤਾ ਵਰਤਦਾ, ਦੂਜਾ ਔਰ ਨਾ ਕੋਏ। ਹਜ਼ੂਰ ਕਹਿੰਦੇ ਨੇ ਕਿ ਭਾਈ ਜਿਹੜਾ ਦਾਤਾ ਨਾ ਵਾਹਿਗੁਰੂ ਪ੍ਰਮਾਤਮਾ ਇੱਕੋ ਇੱਕ ਸਦੀਵੀ ਕਾਲ, ਉਹੀ ਸਾਰੇ ਜਗਤ ਵਿੱਚ ਵਰਤ ਰਿਹਾ। ਭਾਵ ਉਸੇ ਦੀ ਸਮਰੱਥਾ ਵਰਤ ਰਹੀ ਹੈ, ਉਹਦੀ ਜਿਹੜੀ ਕਲਾ ਸ਼ਕਤੀ ਸਮਰੱਥਾ, ਉਹਦੇ ਨਾਲ ਹੀ ਸਾਰੇ ਕਾਰੋ ਵਿਹਾਰ ਹੋ ਰਹੇ ਨੇ। ਦੂਜਾ ਵਰ ਨਾ ਕੋਏ, ਹੋਰ ਦੂਜਾ ਕੋਈ ਨਹੀਂ ਹੈ ਜੋ ਸਮਰੱਥਾਵਾਨ ਹੋਵੇ, ਜਿਹਦਾ ਹੁਕਮ ਚੱਲਦਾ ਹੋਵੇ, ਜਿਹਦੇ ਕੀਤਿਆਂ ਕੁਛ ਹੁੰਦਾ ਹੋਵੇ। ਸ਼ਬਦ ਸਲਾਹੀ ਮਨ ਵਸੈ, ਜੇ ਗੁਰਾਂ ਦੇ ਸ਼ਬਦ ਰਾਹੀਂ ਸਲਾਹੀਏ ਸਲਾਉਣ ਯੋਗ ਵਾਹਿਗੁਰੂ ਨੂੰ, ਤਾਂ ਉਹ ਸਲਾਉਣ ਯੋਗ ਜਿਹੜਾ ਪ੍ਰਮਾਤਮਾ ਹੈ ਉਹ ਮਨ ਵਿੱਚ ਵਸ ਜਾਂਦਾ। ਫਿਰ ਸਹਿਜੇ ਹੀ ਸੁਖ ਹੋਏ, ਸਹਿਜੇ ਸਹਿਜ ਸੁਭਾਵਕ ਸੁਤੇ ਸਿੱਧ ਹੀ, ਸਹਿਜੇ ਸੌਖਿਆਂ ਹੀ ਸੁਖੈਨ ਢੰਗ ਨਾਲ ਹੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ, ਆਤਮਿਕ ਸੁਖ ਦੀ। ਸਭ ਨਦਰੀ ਅੰਦਰ ਵੇਖਦਾ, ਜੈ ਭਾਵੈ ਤੈ ਦੇ। ਸਾਰੀ ਸ੍ਰਿਸ਼ਟੀ ਨੂੰ ਪ੍ਰਮਾਤਮਾ ਅਕਾਲ ਪੁਰਖ ਆਪਣੀ ਨਜ਼ਰ ਦੇ ਅੰਦਰ ਹੀ ਵੇਖ ਰਿਹਾ ਹੈ, ਉਸ ਦੀ ਨਜ਼ਰ ਅੰਦਰ ਹੀ ਸਾਰਾ ਸੰਸਾਰ ਹੈ, ਤੇ ਉਹ ਆਪਣੀ ਨਜ਼ਰ ਦੁਆਰਾ ਸਾਰਿਆਂ ਸੰਸਾਰ ਦੇ ਜੀਆਂ ਨੂੰ ਵੇਖਦਾ ਹੈ। ਜਿਸ ਨੂੰ ਉਹਦੀ ਮਰਜ਼ੀ ਹੁੰਦੀ ਹੈ ਉਸ ਦੇ ਤਾਈਂ ਇਹ ਸ਼ਬਦ ਦੀ ਦਾਤ, ਨਾਮ ਦੀ ਦਾਤ ਵਾਹਿਗੁਰੂ ਜੀ ਬਖਸ਼ਦੇ ਨੇ, ਅਥਵਾ ਕੋਈ ਵੀ ਦਾਤ ਜਿਸ ਨੂੰ ਵੀ ਉਹ ਦੇਣਾ ਚਾਹੇ, ਜਦੋਂ ਉਹਦੀ ਮਰਜ਼ੀ ਹੁੰਦੀ ਤਾਂ ਹੀ ਵਾਹਿਗੁਰੂ ਜੀ ਕਿਸੇ ਨੂੰ ਕੋਈ ਦਾਤ ਬਖਸ਼ਦੇ ਨੇ। ਹਉਮੈ ਸਭਾ ਗਣਤ ਹੈ, ਗਣਤੈ ਨਉ ਸੁਖ ਨਾ ਹੈ। ਹਜ਼ੂਰ ਕਹਿੰਦੇ ਹੰਗਤਾ ਵਿੱਚ ਰਹਿ ਕੇ ਜਿਹੜੇ ਕਰਮ ਕਮਾਏ ਜਾਂਦੇ ਨੇ, ਇਹ ਸਭਾ ਸਾਰੀ ਗਿਣਤੀ ਮਿਣਤੀ ਹੈ। ਤੇ ਜਦੋਂ ਤੱਕ ਗਿਣਤੀਆਂ 'ਚ ਪਿਆ ਹੋਇਆ ਜੀਵ, ਗਿਣਤੀ ਨੂੰ ਸੁਖ ਨਹੀਂ ਕਦੇ ਵੀ ਹੋ ਸਕਦਾ। ਸੋ ਇਸ ਪ੍ਰਕਾਰ ਗਿਣਤੀਆਂ ਮਿਣਤੀਆਂ ਚਿੰਤਾ 'ਚ ਜਿਹੜੀ ਸਾਰੀ ਹੰਗਤਾ ਹੈ, ਸਾਰੀ ਇਹ ਗਿਣਤੀ ਗਣਤ ਚਿੰਤਾ ਹੀ ਹੈ ਚੰਬੜੀ ਹੋਈ ਜੀਵ ਨੂੰ। ਤੇ ਗਣਤੈ ਨੋ ਸੁਖ ਨਾ ਹੈ, ਤੇ ਗਿਣਤੀ ਨੂੰ ਸੁਖ ਨਹੀਂ ਹੋ ਸਕਦਾ। ਬਿਖ ਕੀ ਕਾਰ ਕਮਾਵਣੀ, ਬਿਖੀ ਮਾਹੇ ਸਮਾਹੇ। ਜਿਹੜੇ ਇਹ ਸੰਸਾਰ ਦੀ ਗਿਣਤੀ 'ਚ ਪਏ ਹੋਏ ਜੀਵ ਨੇ, ਉਹਨਾਂ ਬਿਖ ਜ਼ਹਿਰ ਦੀ ਕਾਰ ਕਮਾਉਣੀ ਹੋਈ, ਬਿਖ ਹੀ ਮਾਹੇ ਸਮਾਏ। ਫਿਰ ਬਿਖ ਵਿਕਾਰਾਂ ਰੂਪੀ ਜ਼ਹਿਰ ਵਿੱਚ ਹੀ ਸਮਾਉਂਦੇ ਹਨ। ਬਿਨ ਨਾਵੈ ਠੌਰ ਨਾ ਪਾਏ ਨੀ, ਜੰਮਪੁਰ ਦੂਖ ਸੁਹਾਹੇ। ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਠੌਰ ਟਿਕਾਣਾ, ਬੈਠਣ ਲਈ ਜਗ੍ਹਾ, ਕੋਈ ਸਤਿਕਾਰ ਵਾਲੀ ਥਾਂ, ਕੋਈ ਥਾਂ ਥਿੱਤਾ ਨਹੀਂ ਪ੍ਰਾਪਤ ਹੁੰਦਾ। ਤੇ ਫਿਰ ਜਮਾਂ ਦੀ ਪੁਰੀ ਅੰਦਰ, ਧਰਮਰਾਜ ਦੀ ਪੁਰੀ ਅੰਦਰ ਬੱਧੇ ਹੋਏ ਦੁੱਖ ਸਹਾਰਦੇ ਹਨ। ਜੀਓ ਪਿੰਡ ਸਭ ਤਿਸ ਦਾ, ਤਿਸੈ ਦਾ ਆਧਾਰ। ਇਹ ਜੀਓ ਜਿੰਦ ਆਤਮਾ ਤੇ ਪਿੰਡ ਸਰੀਰ ਸਭ ਕੁਝ ਉਸ ਪ੍ਰਮਾਤਮਾ ਦਾ ਹੀ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਸੋ ਇਸ ਪ੍ਰਕਾਰ ਅੰਨ ਖਾਣਾ ਕੱਪੜ ਸਭ ਜੀਓ ਪਿੰਡ ਮੁਖ ਨੱਕ ਦੀਆ, ਵਰਤਣ ਕੋ ਪਾਣੀ। ਸਭ ਜੀਓ ਪਿੰਡ ਮੁਖ ਨੱਕ ਦੀਆ, ਵਰਤਣ ਕੋ ਪਾਣੀ। ਅੰਨ ਖਾਣਾ ਕੱਪੜ ਪਹਿਨਣ ਦੀਏ, ਰਸ ਅਨ ਭੋਗਾਣੀ। ਜਿਨ ਦੀਏ ਸੁਚਿਤ ਨ ਆਵੇ, ਪਸ਼ੂ ਹਉ ਕਰ ਜਾਣੀ। ਇਸ ਤਰ੍ਹਾਂ ਦੀ ਹਾਲਤ ਹੈ ਸਾਡੀ। ਹਜ਼ੂਰ ਕਹਿੰਦੇ ਜੀਓ ਪਿੰਡ ਸਰੀਰ ਸਭ ਤਿਸ ਦਾ ਹੀ ਹੈ, ਤੇ ਇਸ ਕਰਕੇ ਤਿਸਾ ਦਾ ਆਧਾਰ, ਆਸਰਾ ਵੀ ਤਿਸ ਪ੍ਰਮਾਤਮਾ ਦਾ ਹੀ ਹੈ ਸਾਨੂੰ ਜੀਆਂ ਨੂੰ। ਗੁਰ ਪ੍ਰਸਾਦੀ ਬੁੱਝੀ ਹੈ, ਤਾਂ ਪਾਏ ਮੋਖ ਦਵਾਰ। ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜੇ ਇਸ ਭੇਦ ਨੂੰ ਬੁੱਝ ਲਈਏ, ਜਿਹੜਾ ਬੁੱਝ ਲੈਂਦਾ ਤਾਂ ਪਾਏ ਮੋਖ ਦਵਾਰ, ਉਹ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰ ਲੈਂਦਾ। ਮੋਕਸ਼, ਸੁਤੰਤਰਤਾ, ਖਲਾਸੀ, ਆਜ਼ਾਦੀ, ਸਦਾ ਵਾਸਤੇ ਉਹ ਸੁਤੰਤਰ ਹੋ ਜਾਂਦਾ ਹੈ। ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਕਰ ਲੈਂਦਾ। ਨਾਨਕ ਨਾਮ ਸਲਾਹੇ ਤੂੰ ਅੰਤ ਨ ਪਾਰਾਵਾਰ। ਹਜ਼ੂਰ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਭਾਈ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੀ ਹੀ ਤੂੰ ਸਲਾਹੁਤਾ ਕਰਿਆ ਕਰ। ਵਡਿਆਈ ਉਪਮਾ ਸਾਡਾ ਸੁਭਾਅ, ਅਸੀਂ ਆਪਣੀ ਉਪਮਾ ਕਰਨੀ ਸੁਣਨੀ ਪਸੰਦ ਕਰਦੇ ਹਾਂ, ਆਪਣੀ ਵਡਿਆਈ ਆਪ ਹੀ ਕਰਨ ਲੱਗ ਜਾਂਦੇ ਹਾਂ, ਦੂਜਿਆਂ ਕੋਲ ਸੁਣਨੀ ਚਾਹੁੰਦੇ ਹਾਂ। ਤੇ ਜਿਹੜੇ ਖੁਸ਼ਾਮਦੀ ਲੋਕ ਆ, ਉਹ ਫਿਰ ਹੋਰਨਾਂ ਦੀ ਜਾਂ ਸਾਡੀ ਉਹ ਵਡਿਆਈ ਕਰਦੇ ਨੇ, ਤੇ ਅਸੀਂ ਸੁਣ ਕੇ ਬੜੇ ਖੁਸ਼ ਹੁੰਦੇ ਹਾਂ।
ਹਜ਼ੂਰ ਸਿੱਖਿਆ ਦਿੰਦੇ ਨੇ ਕਿ ਸਲਾਉਣਾ ਤਾਂ ਇੱਕ ਪ੍ਰਮਾਤਮਾ ਨੂੰ, ਇੱਕ ਵਾਹਿਗੁਰੂ ਦੇ ਨਾਮ ਨੂੰ, ਸਤਿਗੁਰੂ ਨੂੰ, ਤੇ ਜਿਹੜੇ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਰੂਪ ਹੋਏ ਹੋਏ ਮੁਕੰਮਲ ਜੀਵਨ ਸਿਰੇ ਚੜ੍ਹ ਗਿਆ ਜਿਨ੍ਹਾਂ ਦਾ, ਫਿਰ ਉਹਨਾਂ ਦੀ ਵਡਿਆਈ ਵੀ ਯੋਗ ਹੈ। ਸੋ ਇਸ ਤਰ੍ਹਾਂ ਨਾਮ ਨੂੰ ਸਲਾਹ ਜਿਸ ਪ੍ਰਮਾਤਮਾ ਦਾ ਤੇ ਵਾਹਿਗੁਰੂ ਦੇ ਨਾਮ ਦੀ ਮਹਾਨਤਾ ਦਾ ਕੋਈ ਅੰਤ ਪਾਰਾਵਾਰ ਨਹੀਂ। ਨਾ ਅੰਤ ਹੈ ਨਾ ਪਾਰ ਉਰਾਰ ਹੈ। ਕਿੱਡਾ ਕੁ ਵੱਡਾ ਨਾਮ ਹੈ ਜੀ, ਕਥਨ ਨਹੀਂ ਕੀਤਾ ਜਾ ਸਕਦਾ। ਕਿੰਨੀ ਕੁ ਨਾਮ ਦੀ ਮਹਾਨਤਾ ਜੀ, ਕਥਨ ਨਹੀਂ ਹੋ ਸਕਦੀ। ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਅਗਲਾ ਸ਼ਬਦ ਉਚਾਰਦੇ ਹਨ, ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ। ਸੰਸਾਰ ਦੇ ਸਭ ਜੀਵ ਚਾਹੁੰਦੇ ਨੇ ਵੀ ਸਾਨੂੰ ਸੁਖ ਦੀ ਪ੍ਰਾਪਤੀ ਹੋਵੇ, ਸਾਨੂੰ ਸਦਾ ਆਨੰਦ ਬਣਿਆ ਰਹੇ, ਪਰ ਹਜ਼ੂਰ ਦੱਸ ਰਹੇ ਨੇ ਕਿ ਇਹ ਸੰਸਾਰ ਦੇ ਵਿੱਚ ਆਪਣੀ ਮਰਜ਼ੀ ਨਾਲ ਵਿਚਰਿਆਂ ਇਹ ਨਹੀਂ ਪ੍ਰਾਪਤ ਹੋ ਸਕਦਾ। ਅਗਿਆਨਤਾ ਵਸ ਕਲਪਨਾ ਗਲਤ ਕੀਤੀ ਹੋਈ ਹੈ ਵੀ ਕਿੱਥੋਂ ਆਨੰਦ ਮਿਲੇਗਾ, ਕਿੱਥੋਂ ਸੁਖ ਮਿਲੇਗਾ। ਇਹ ਮਨ 'ਚ ਗਿਆਨ ਨਹੀਂ ਹੈ ਵੀ ਕਿੱਥੋਂ ਮਿਲੇਗਾ ਆਨੰਦ। ਸਤਿਗੁਰੂ ਤੋਂ ਇਸੇ ਵਾਸਤੇ ਪੁੱਛਣ ਲਈ ਆਉਣਾ ਹੈ। ਹਜ਼ੂਰ ਦੱਸ ਰਹੇ ਨੇ ਕਿ ਜਿਨ੍ਹਾਂ ਦੇ ਮਨ ਅੰਦਰ ਕੇਵਲ ਤੇ ਕੇਵਲ ਵਾਹਿਗੁਰੂ ਜੀ ਦੇ ਸੱਚੇ ਨਾਮ ਦਾ ਆਧਾਰ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਸੋ ਇਸ ਤਰ੍ਹਾਂ ਟੇਕ ਨਹੀਂ ਹੋਰ ਕਿਸੇ ਤੇ ਜਿੰਨਾ ਰੱਖੀ, ਇੱਕ ਪ੍ਰਮਾਤਮਾ ਦੇ ਨਾਮ ਦਾ ਹੀ ਆਧਾਰ ਬਣਿਆ ਹੋਇਆ, ਆਸਰਾ ਬਣਿਆ ਹੋਇਆ। ਨਾਮ ਨੂੰ ਛੱਡਣਾ ਹੀ ਨਹੀਂ ਚਾਹੁੰਦੇ। ਕਦੇ ਆਧਾਰ ਨੂੰ ਥੋੜ੍ਹਾ ਛੱਡੀਦਾ, ਜਿਸ ਦਾ ਸਾਨੂੰ ਆਸਰਾ ਹੋਵੇ ਉਸ ਆਸਰੇ ਨੂੰ ਛੱਡ ਕੇ ਪਾਸੇ ਨਹੀਂ ਜਾਈਦਾ। ਤੇ ਅਸੀਂ ਨਾਮ ਨੂੰ ਆਧਾਰ ਨਹੀਂ ਬਣਾਇਆ ਹੈ, ਅਸੀਂ ਹੋਰਨਾਂ ਚੀਜ਼ਾਂ ਨੂੰ ਆਧਾਰ ਬਣਾਇਆ ਹੋਇਆ। ਜਿਨ੍ਹਾਂ ਨੂੰ ਕੇਵਲ ਸੱਚੇ ਨਾਮ ਦਾ ਆਧਾਰ ਹੈ, ਟੇਕ ਹੈ, ਉਹਨਾਂ ਨੂੰ ਹੀ ਸਦੀਵੀ ਕਾਲ ਦਾ ਆਨੰਦ ਹੈ ਤੇ ਸਦਾ ਵਾਸਤੇ ਸੁਖ ਦੀ ਪ੍ਰਾਪਤੀ ਹੈ। ਗੁਰ ਸ਼ਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ। ਗੁਰਾਂ ਦੇ ਸ਼ਬਦ ਉਪਦੇਸ਼ ਰਾਹੀਂ ਉਹਨਾਂ ਗੁਰਮੁਖ ਪਿਆਰਿਆਂ ਨੇ ਸੱਚ ਸਰੂਪ ਵਾਹਿਗੁਰੂ ਨੂੰ, ਸੱਚੇ ਨਾਮ ਨੂੰ ਪ੍ਰਾਪਤ ਕੀਤਾ ਹੋਇਆ। ਇਹ ਸੱਚਾ ਨਾਮ ਹੀ ਦੁੱਖ ਨਿਵਾਰਨ ਹਾਰ, ਸਾਰੇ ਦੁੱਖਾਂ ਦੀ ਨਿਵਰਤੀ ਕਰ ਦੇਣ ਵਾਲਾ, ਸਾਰੇ ਦੁੱਖਾਂ ਨੂੰ ਮੇਟ ਦੇਣ ਵਾਲਾ, ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਸਦਾ ਸਦਾ ਸਾਚੇ ਗੁਣ ਗਾਵਹਿ, ਸਾਚਾ ਨਾਏ ਪਿਆਰ। ਉਹ ਸਦਾ ਹਮੇਸ਼ਾ ਸਦੀਵੀ ਕਾਲ ਲਈ ਸੱਚੇ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਨੇ ਤੇ ਸਾਚਾ ਨਾਏ ਪਿਆਰ। ਵਾਹਿਗੁਰੂ ਦੇ ਸੱਚੇ ਨਾਮ ਵਿੱਚ ਹੀ ਉਹਨਾਂ ਨੇ ਪਿਆਰ ਜੋੜਿਆ ਹੋਇਆ। ਪ੍ਰੀਤ ਲੱਗ ਗਈ, ਪ੍ਰੇਮ ਲੱਗ ਗਿਆ, ਸੰਸਾਰ ਨਾਲ ਫਿਰ ਨਹੀਂ ਰਿਹਾ। ਕਿਰਪਾ ਕਰਕੇ ਆਪਣੀ ਦਿੱਤੋਨ ਭਗਤ ਭੰਡਾਰ, ਆਪਣੀ ਮਿਹਰ ਕਰਕੇ, ਆਪਣੀ ਦਇਆ ਕਰਕੇ ਵਾਹਿਗੁਰੂ ਜੀ ਨੇ ਉਹਨਾਂ ਨੂੰ ਆਪਣੀ ਭਗਤੀ ਦਾ ਭੰਡਾਰਾ ਬਖਸ਼ ਦਿੱਤਾ। ਇਹ ਪ੍ਰਮਾਤਮਾ ਦੇ ਟੁੱਟ ਪੈਣ ਦੀ ਨਿਸ਼ਾਨੀ ਹੈ ਕਿ ਉਹਨਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਭਗਤੀ ਦਾ ਭੰਡਾਰਾ ਬਣਾ ਦਿੱਤਾ, ਭਰ ਦਿੱਤਾ। ਮਨ ਰੇ ਸਦਾ ਆਨੰਦ ਗੁਣ ਗਾਏ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਹੇ ਮੇਰੇ ਮਨਾ, ਭਾਵ ਸਾਨੂੰ ਸਿੱਖਿਆ ਦੇ ਰਹੇ ਨੇ, ਮਨ ਨੂੰ ਸਮਝਾਓ ਕਿ ਮਨਾ ਤੂੰ ਵੀ ਵਾਹਿਗੁਰੂ ਦੇ ਗੁਣ ਗਾਇਆ ਕਰ, ਤੈਨੂੰ ਵੀ ਸਦਾ ਦਾ ਆਨੰਦ ਪ੍ਰਾਪਤ ਹੋਵੇਗਾ। ਦੁਬਿਧਾ ਤੋਂ ਰਹਿਤ ਅਵਸਥਾ, ਇੱਕ ਰਸ ਅਵਸਥਾ, ਸਦਾ ਦਾ ਸੁਖ। ਸੱਚੀ ਬਾਣੀ ਹਰ ਪਾਈ ਹੈ। ਗੁਰਾਂ ਦੀ ਸੱਚੀ ਬਾਣੀ, ਸਿਫਤ ਸਲਾਹ ਦੀ ਬਾਣੀ ਦੁਆਰਾ ਹੀ ਹਰੀ ਪ੍ਰਮਾਤਮਾ ਨੂੰ ਪਾਇਆ ਜਾਂਦਾ, ਪ੍ਰਾਪਤ ਕੀਤਾ ਜਾਂਦਾ। ਹਰ ਸੋ ਰਹਿ ਸਮਾਏ, ਜਿਹਨੇ ਪ੍ਰਾਪਤ ਕਰ ਲਿਆ ਉਹ ਫਿਰ ਹਰੀ ਵਿੱਚ ਹੀ ਸਮਾਇਆ ਰਹਿੰਦਾ। ਹਰੀ ਪ੍ਰਮਾਤਮਾ ਸਦਾ ਥਿਰ ਹੈ ਤੇ ਉਹ ਭਗਤ ਵੀ ਫਿਰ ਵਾਹਿਗੁਰੂ ਦੇ ਸਰੂਪ ਵਿੱਚ ਮਿਲ ਕੇ ਸਥਿਰ ਹੋ ਗਿਆ। ਰਹਾਓ ਸੱਚੀ ਭਗਤੀ ਮਨ ਲਾਲ ਥੀਆ। ਵਾਹਿਗੁਰੂ ਦੀ ਸੱਚੀ ਪ੍ਰੇਮ ਦੇ ਸਹਿਤ ਕੀਤੀ ਭਗਤੀ ਨਾਲ ਮਨ ਜਿਹੜਾ ਸੀ ਲਾਲ ਹੋ ਗਿਆ। ਲਾਲ ਦਾ ਮਤਲਬ ਰੰਗਿਆ ਗਿਆ, ਲਾਲ ਵਰਗਾ ਅਮੂਲਕ ਬਣ ਗਿਆ ਮਨ। ਸੋ ਇਸ ਪ੍ਰਕਾਰ ਦਾ ਮੁੱਲ ਹੀ ਕੋਈ ਨਹੀਂ ਹੈ। ਜਿਵੇਂ ਰਤਨ ਲਾਲ ਹੀਰੇ ਬਹੁਤ ਕੀਮਤੀ ਮੰਨੇ ਗਏ ਨੇ, ਇਸ ਤਰ੍ਹਾਂ ਤੇ ਮਨ ਲਾਲ ਰੰਗਿਆ ਗਿਆ। ਰੱਤਾ ਸਹਿਜ ਸੁਭਾਏ, ਸਹਿਜ ਸੁਭਾਵਕ ਹੀ, ਸਹਿਜ ਗਿਆਨ ਵਾਲਾ, ਸੁਭਾਏ ਪ੍ਰੇਮ ਦੇ ਸਹਿਤ ਹੋ ਕੇ ਰੱਤਾ ਗਿਆ, ਰੰਗਿਆ ਗਿਆ। ਗੁਰ ਸ਼ਬਦੀ ਮਨ ਮੋਹਿਆ, ਕਹਿਣਾ ਕਛੂ ਨਾ ਜਾਏ। ਗੁਰੂ ਦੇ ਸ਼ਬਦ ਦੁਆਰਾ, ਗੁਰ ਸ਼ਬਦੀਏ ਦਾ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਿਆ ਗੁਰ ਸ਼ਬਦੀ ਬੰਦਾ, ਉਸ ਦਾ ਮਨ ਮੋਹਿਆ ਹੋਇਆ ਪ੍ਰਮਾਤਮਾ ਦੇ ਪਾਵਨ ਸਰੂਪ ਤੇ, ਕਹਿਣਾ ਕਛੂ ਨਾ ਜਾਏ। ਉਹਦੀ ਵਡਿਆਈ ਤੇ ਕੁਛ ਕੀਤੀ ਨਹੀਂ ਜਾ ਸਕਦੀ। ਜਿਹਵਾ ਰੱਤੀ ਸ਼ਬਦ ਸੱਚਾ ਹੈ।
ਗੁਰਾਂ ਦੇ ਸੱਚੇ ਸ਼ਬਦ ਨੂੰ ਬੋਲਦੀ ਹੋਈ ਜਿਹੜੀ ਰਸਨਾ ਹੈ ਉਹ ਵੀ ਰੱਤੀ ਰੰਗੀ ਗਈ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ। ਰਸਨਾ ਗੀਧੀ ਬੋਲਤ ਰਾਮ। ਸੋ ਇਸ ਪ੍ਰਕਾਰ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ। ਅੰਮ੍ਰਿਤ ਪੀਵੈ ਰਸ ਗੁਣ ਗਾਏ। ਉਸ ਰਸਨਾ ਦੁਆਰਾ ਗੁਰਮੁਖ ਪਿਆਰਾ ਵਾਹਿਗੁਰੂ ਦੇ ਨਾਮ ਅੰਮ੍ਰਿਤ ਜਲ ਨੂੰ ਪੀਂਦਾ ਹੈ ਤੇ ਰਸ ਦੁਆਰਾ ਰਸ ਲੈ ਲੈ ਕੇ ਗੁਣ ਗਾਉਂਦਾ ਹੈ ਵਾਹਿਗੁਰੂ ਦੇ। ਰਸ ਪ੍ਰੇਮ ਦੇ ਸਹਿਤ ਹੋ ਕੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਗੁਰਮੁਖ ਇਹੋ ਰੰਗ ਪਾਈ ਹੈ ਜਿਸ ਨੂੰ ਕਿਰਪਾ ਕਰੇ ਰਜਾਏ। ਹਜੂਰ ਕਹਿੰਦੇ ਨੇ ਗੁਰਾਂ ਦੇ ਸਨਮੁਖ ਹੋ ਕੇ ਇਹ ਜਿਹੜਾ ਰੰਗ ਹੈ ਪ੍ਰੇਮ ਵਾਹਿਗੁਰੂ ਦਾ ਇਹ ਪ੍ਰਾਪਤ ਹੁੰਦਾ ਹੈ। ਪਰ ਜਿਸ ਦੇ ਉੱਪਰ ਆਪਣੀ ਰਜਾ ਵਿੱਚ ਆਪਣੀ ਮਰਜ਼ੀ ਨਾਲ ਪ੍ਰਮਾਤਮਾ ਕਿਰਪਾ ਕਰੇ ਉਹਨੂੰ ਮਿਲਦਾ। ਸੰਸਾ ਇਹੋ ਸੰਸਾਰ ਹੈ ਸੁਤਿਆ ਰਹਿਣ ਵਿਹਾਏ। ਇਹ ਜਿਹੜਾ ਸੰਸਾਰ ਹੈ ਸਾਰਾ ਦ੍ਰਿਸ਼ਮਾਨ ਪ੍ਰਪੰਚ ਇਸ ਦੇ ਨਾਮ ਹੀ ਐਸੇ ਰੱਖੇ ਹੋਏ ਨੇ। ਸੰਸਾਰ ਸੰਸਿਆਂ ਦਾ ਆਰ ਘਰ, ਜਿੱਥੇ ਸੰਸੇ ਹੀ ਵਿਆਪਦੇ ਤੌਖਲੇ ਹੀ ਤੌਖਲੇ ਨੇ। ਦੁਨੀਆ ਦੋ ਨੀਹਾਂ ਜੰਮਣਾ ਮਰਨਾ, ਜਗਤ ਜਾ ਜਨਮ ਲੈਣਾ ਤੇ ਗਤ ਨਾਸ ਹੋਣਾ। ਮ੍ਰਿਤ ਮੰਡਲ ਮਿਰਤ ਲੋਕ ਆਦਿਕ ਨਾਮ ਹਨ। ਇਹ ਜਿਹੜਾ ਸੰਸਾਰ ਹੈ ਹਜੂਰ ਕਹਿੰਦੇ ਸੰਸਾਰ ਰੂਪ ਹੈ, ਇਹ ਡਰ ਰੂਪ ਹੈ, ਇਹ ਸਹਿਮ ਰੂਪ ਹੈ, ਸ਼ੰਕਿਆਂ ਨਾਲ ਭਰਿਆ ਹੋਇਆ। ਇੱਥੇ ਸੁੱਤਿਆਂ ਜਿਨ੍ਹਾਂ ਨੇ ਉਮਰ ਗੁਜ਼ਾਰ ਦਿੱਤੀ। ਸੰਸਾਰ ਦੇ ਸਾਰੇ ਜੀਵ ਸੁੱਤੇ ਹੋਏ ਸਾਰੀ ਉਮਰ ਗੁਜ਼ਾਰ ਜਾਂਦੇ ਨੇ ਸਾਡੇ ਵਰਗੇ। ਅਵਿਦਿਆ ਗਿਆਨਤਾ ਦੀ ਨੀਂਦ ਵਿੱਚ, ਗਾਫਲਤਾ ਦੀ ਨੀਂਦ ਵਿੱਚ ਸੁੱਤਿਆਂ ਹੀ ਰਾਤ ਗੁਜ਼ਾਰ ਗਿਆ। ਇੱਕ ਆਪਣੇ ਭਾਣੇ ਕੱਢ ਲਏ ਆਪੇ ਲਿਓਨ ਮਿਲਾਏ। ਇੱਕ ਵਾਹਿਗੁਰੂ ਨੇ ਆਪਣੇ ਭਾਣੇ ਅਨੁਸਾਰ ਆਪਣੀ ਰਜਾ ਵਿੱਚ ਆਪਣੀ ਮਰਜ਼ੀ ਨਾਲ ਬਖਸ਼ਿਸ਼ ਕਰਕੇ ਇਹ ਸੰਸਾਰ ਸਮੁੰਦਰ ਵਿੱਚੋਂ ਕੱਢ ਲਏ ਹਨ। ਆਪ ਹੀ ਮਿਲਾ ਲਏ ਹਨ ਆਪਣੇ ਨਾਲ। ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ। ਆਪ ਹੀ ਆਪ ਪ੍ਰਮਾਤਮਾ ਉਹਨਾਂ ਦੇ ਮਨ 'ਚ ਵਸ ਗਿਆ ਹੈ ਤੇ ਉਹਨਾਂ ਦੇ ਹਿਰਦੇ ਵਿੱਚੋਂ ਮਾਇਆ ਦਾ ਮੋਹ ਚੁਕਾਤਾ, ਦੂਰ ਕਰ ਦਿੱਤਾ ਹੈ। ਆਪ ਵਡਾਈ ਦਿੱਤੀ ਜਨ ਗੁਰਮੁਖ ਦੇ ਬੁਝਾਏ। ਗੁਰਮੁਖਾਂ ਨੂੰ ਸਮਝਾ ਦਿੰਦਾ ਤੇ ਆਪ ਹੀ ਇਹ ਨਾਮ ਜਪਣ ਦੀ ਵਡਿਆਈ ਉਹਨਾਂ ਨੂੰ ਬਖਸ਼ੀ ਹੈ। ਆਪਣੇ ਚਰਨਾਂ ਨਾਲ ਜੁੜਨ ਦੀ ਵਡਿਆਈ। ਸਾ ਵਡਿਆਈ ਦੇਹ ਜਤ ਨਾਮ ਤੇਰਾ ਲਾਗ ਰਹਾ। ਇਹੋ ਵੱਡੀ ਵਡਿਆਈ ਹੈ। ਇਹੋ ਸੁਖ ਆਹ ਵਡਿਆਈ ਜੋ ਪ੍ਰਭ ਜੀ ਮਨ ਭਾਣੀ। ਸੋ ਇਸ ਪ੍ਰਕਾਰ ਉਹਨਾਂ ਨੂੰ ਆਪ ਵੱਡੀ ਵਡਿਆਈ ਆਪਣੇ ਸਿਮਰਨ ਦੀ ਬਖਸ਼ੀ ਹੈ ਤੇ ਗੁਰਾਂ ਦੇ ਸਨਮੁਖ ਕਰਕੇ ਉਹਨਾਂ ਨੂੰ ਬੁਝਾ ਦਿੰਦਾ। ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲੈ ਸਮਝਾਏ। ਅਕਸਰ ਸਾਰਿਆਂ ਦਾ, ਚੰਗਿਆਂ ਭਲਿਆਂ ਦਾ, ਭਲੇ ਮਾਨਸਾਂ ਦਾ, ਬੁਰਿਆਂ ਦਾ, ਨੇਕੀ ਕਰਨ ਵਾਲਿਆਂ ਦਾ, ਬੁਰਿਆਈ ਕਰਨ ਵਾਲਿਆਂ ਦਾ, ਝੂਠਿਆਂ ਸੱਚਿਆਂ ਚੋਰਾਂ ਸਾਧਾਂ ਦਾ, ਪਾਪੀਆਂ ਪੁੰਨੀਆਂ ਸਭਨਾਂ ਦਾ ਦਾਤਾ ਤਾਂ ਇੱਕ ਵਾਹਿਗੁਰੂ ਹੀ ਆ ਨਾ। ਭੁੱਲਿਆਂ ਹੋਇਆਂ ਨੂੰ ਆਪ ਹੀ ਜਦੋਂ ਸਮਝਾਉਣਾ ਚਾਹੇ ਸਮਝਾ ਵੀ ਲੈਂਦਾ ਹੈ ਵਾਹਿਗੁਰੂ। ਇੱਕ ਆਪੇ ਆਪ ਖੁਆਇਆ ਨਾ। ਇੱਕ ਇਹਨਾਂ ਨੂੰ ਆਪਣੇ ਆਪ ਹੀ ਪ੍ਰਮਾਤਮਾ ਨੇ ਖੁਆਇਆ ਹੋਇਆ, ਖੁਆਰ ਕੀਤਾ ਹੋਇਆ, ਭੁਲਾ ਦਿੱਤਾ ਹੈ, ਖੁੰਝਾ ਦਿੱਤਾ ਹੈ ਆਪਣੇ ਸਿਮਰਨ ਵੱਲੋਂ। ਦੂਜੇ ਛੱਡਿਆਂ ਲਾਏ ਜਿਹੜਾ ਦਵੈਤ ਭਾਅ ਸੰਸਾਰ ਦਾ ਉੱਥੇ ਲਾ ਛੱਡੇ ਹਨ। ਸੰਸਾਰ ਨੂੰ ਚੱਲਦਾ ਰੱਖਣ ਲਈ ਪ੍ਰਮਾਤਮਾ ਨੇ ਦੋਵੇਂ ਪੱਖ ਬਣਾਏ ਨੇ ਨਾ। ਸੋ ਇੱਕ ਗੁਰਮੁਖ ਹਨ, ਇੱਕ ਮਨਮੁਖ ਹਨ, ਇੱਕ ਸਨਮੁਖ, ਇੱਕ ਬੇਮੁਖ। ਸੋ ਇਸ ਪ੍ਰਕਾਰ ਇੱਕ ਪਾਪੀ, ਇੱਕ ਪੁੰਨੀ, ਇੱਕ ਬੁਰੇ, ਇੱਕ ਭਲੇ, ਸਾਰੇ ਇਸ ਤਰ੍ਹਾਂ ਬਣਾਏ ਹੋਏ ਨੇ। ਇੱਕ ਇਹਨਾਂ ਨੂੰ ਆਪ ਹੀ ਖੁਆਇਆ ਹੋਇਆ, ਖੁਆਰ ਕੀਤਾ ਹੋਇਆ, ਭੁਲਾਇਆ ਹੋਇਆ, ਵਿਗਾੜਿਆ ਹੋਇਆ, ਦਵੈਤ ਭਾਅ 'ਚ ਲਾ ਛੱਡੇ ਹਨ। ਗੁਰਮਤੀ ਹਰ ਪਾਈ ਹੈ। ਗੁਰਾਂ ਦੀ ਮੱਤ ਸਿੱਖਿਆ ਦੁਆਰਾ ਵਾਹਿਗੁਰੂ ਜੀ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਜੋਤੀ ਜੋਤ ਮਿਲਾਏ। ਜੋਤੀ ਸਰੂਪ ਪ੍ਰਮਾਤਮਾ ਉਹਨਾਂ ਦੀ ਜੋਤ ਨੂੰ, ਆਤਮਾ ਨੂੰ ਪਰਮ ਜੋਤੀ ਆਪਣੇ ਪਰਮਾਨੰਦ ਸਰੂਪ ਵਿੱਚ ਮਿਲਾ ਲੈਂਦਾ ਵਾਹਿਗੁਰੂ। ਅਨ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ। ਹਜੂਰ ਕਹਿੰਦੇ ਨੇ ਜੋ ਅਨ ਦਿਨ ਰਾਤ ਤੇ ਦਿਨ ਨਾਮ ਵਿੱਚ ਉਹ ਰਤਿਆ ਹੋਇਆ ਗੁਰਮੁਖ, ਨਾਨਕ ਨਾਮ ਸਮਾਏ। ਹਜੂਰ ਕਹਿੰਦੇ ਨੇ ਫਿਰ ਉਹ ਨਾਮ ਦੁਆਰਾ ਹੀ ਵਾਹਿਗੁਰੂ ਵਿੱਚ ਸਮਾ ਜਾਂਦਾ, ਨਾਮੀ ਪ੍ਰਮਾਤਮਾ ਦੇ ਅੰਦਰ। ਜੋ ਇੱਥੇ ਸੰਸਾਰ 'ਚ ਵਿਚਰਦਾ ਹੋਇਆ ਰਾਤ ਦਿਨ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ, ਫਿਰ ਕੀ ਉਹਦੇ ਬਾਰੇ ਕਿਹਾ ਜਾਏਗਾ ਵੀ ਨਹੀਂ ਉਹ ਪ੍ਰਮਾਤਮਾ ਵਿੱਚ ਮਿਲਿਆ? ਨਹੀਂ, ਜੋ ਪਹਿਲਾਂ ਇੱਥੇ ਜਿਉਂਦਾ ਹੀ ਮਿਲਿਆ ਹੋਇਆ ਤੇ ਫਿਰ ਉਹ ਪ੍ਰਮਾਤਮਾ ਵਿੱਚ ਹੀ ਸਮਾ ਗਿਆ ਹੈ, ਉਹਦੇ ਵਿੱਚ ਤੇ ਵਾਹਿਗੁਰੂ ਵਿੱਚ ਅੰਤਰ ਨਹੀਂ ਰਹਿ ਗਿਆ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸ਼ਬਦਾਂ ਰਾਹੀਂ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਆ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।